ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਡਾਰ ਹਯਨ ਪਰ ਜੀਨ ਤਬ ਭਏ ਸਤਿਗੁਰੂ ਤਿਆਰ। ਚੜੇ ਸਿੰਘ ਬੈਰਾੜ ਗਨ ਚੱਲੇ ਉਜਾਰ ਉਜਾਰ। ਡਾਰ ਹਯਨ ਪਰ ਜੀਨ ਤਬ ਭਏ ਸਤਿਗੁਰੂ ਤਿਆਰ। ਚੜੇ ਸਿੰਘ ਬੈਰਾੜ ਗਨ ਚੱਲੇ ਉਜਾਰ ਉਜਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਰਨ ਚਰਨ ਗੁਰ ਏਕ ਪੈਂਡਾ ਜਾਏ ਚੱਲ। ਸਤਿਗੁਰ ਕੋਟ ਪੈਂਡਾ ਆਗੇ ਹੋਈ ਲੀਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਸਿਮਰਨ ਤਾਏ ਬਾਰੰਬਾਰ ਗੁਰ ਹੀਤ ਹੈ। ਪਾਵਨੀ ਭਗਤ ਪਾਈ ਕੌਡੀ ਅਗਰ ਭਾਗ ਰਖੈ। ਤਾਹੇ ਗੁਰ ਸਰਬ ਨਿਦਾਨ ਦਾਨ ਦੀਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ। ਨਮੋ 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 ਨੀਤ 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 ਹੈ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਆਪ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੀ ਪਾਵਨ ਪਵਿੱਤਰ ਅਸਥਾਨ ਅਥਵਾ ਗੁਰੂ ਬਾਬਾ ਜੀਆਂ ਦੀ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਭ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਵਾਸਤੇ ਚਿੱਤ ਬਿਰਤੀ ਨੂੰ ਬਾਹਰੋਂ ਇਕਾਗਰ ਕਰਨ ਦੀ ਖੇਚਲ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਮੁਕਤਸਰ ਸਾਹਿਬ ਦੀ ਅਸਥਾਨ ਤੋਂ ਚੱਲ ਕੇ ਕਰਕੇ ਆਪਣੇ ਯੋਧੇ ਸੂਰਮਿਆਂ ਦੇ ਨਾਲ ਘੋੜਿਆਂ 'ਤੇ ਅਸਵਾਰ ਹੋਏ ਹਨ ਅਤੇ ਜੰਗਲ ਦੇ ਰਸਤੇ ਦੇ ਵਿੱਚ ਦੀ ਆ ਰਹੇ ਹਨ। ਤਾਂ ਅੱਗੇ ਚਲਦੇ ਚਲਦੇ ਗੁਰੂ ਮਹਾਰਾਜ ਜੀਆਂ ਨੇ ਇੱਕ ਸੋਹਣਾ ਸਥਾਨ ਦੇਖਿਆ, ਜਿੱਥੇ ਇੱਕ ਸਰਾਂ ਵੀ ਬਣੀ ਹੋਈ ਹੈ, ਇੱਕ ਸਰੋਵਰ ਹੈ ਜਿਸ ਦੇ ਵਿੱਚ ਬੜਾ ਸਵੱਛ ਬੜਾ ਨਿਰਮਲ ਜਲ ਹੈ। ਸੋਹਣਾ ਸਥਾਨ ਦੇਖ ਕੇ ਗੁਰੂ ਮਹਾਰਾਜ ਜੀਆਂ ਨੇ ਆਪਣੇ ਯੋਧੇ ਸੂਰਮਿਆਂ ਨੂੰ ਹੁਕਮ ਕੀਤਾ ਔਰ ਇਸੇ ਸਥਾਨ 'ਤੇ ਡੇਰਾ ਲਾਉਣ ਦੇ ਵਾਸਤੇ ਤਿਆਰੀ ਕੀਤੀ ਗਈ। ਤਾਂ ਯੋਧੇ ਸੂਰਮੇ ਇੱਧਰ ਉੱਧਰ ਜਿੱਥੇ ਕਿਤੇ ਜਗ੍ਹਾ ਦੇਖ ਕੇ ਆਪਣੇ ਘੋੜੇ ਬੰਨ੍ਹ ਦਿੰਦੇ ਹਨ। ਫਿਰ ਘੋੜਿਆਂ ਦੇ ਵਾਸਤੇ ਘਾਹ ਪੱਠਾ ਆਦਿ ਲੈਣ ਜਾਂਦੇ ਹਨ, ਲੱਕੜੀਆਂ ਆਦਿ ਇਕੱਠੀਆਂ ਕਰਦੇ ਹਨ, ਜੋ ਲੰਗਰ ਪਾਣੀ ਆਦਿ ਤਿਆਰ ਕਰਨ ਦੇ ਵਾਸਤੇ ਜ਼ਰੂਰਤ ਪੈਣੀ ਸੀ। ਤਾਂ ਇਸ ਤਰ੍ਹਾਂ ਗੁਰੂ ਮਹਾਰਾਜ ਜੀਆਂ ਦੇ ਯੋਧੇ ਸੂਰਮੇ ਇੱਧਰ ਉੱਧਰ ਫਿਰਦੇ, ਇਹਨਾਂ ਦੀ ਆਵਾਜ਼ ਬੋਲ ਗੱਲਾਂ ਬਾਤਾਂ ਦਾ ਰੌਲਾ ਗੋਲਾ ਜਦੋਂ ਇੱਧਰ ਉੱਧਰ ਸੁਣਾਈ ਦਿੰਦਾ ਹੈ, ਤਾਂ ਇਸ ਸਰੋਵਰ ਦੇ ਦੂਸਰੀ ਸਾਈਡ ਇੱਕ ਸਾਧ ਦਾ ਆਸ਼ਰਮ ਬਣਿਆ ਹੋਇਆ ਸੀ।
ਇਸ ਸਾਧੂ ਨੇ ਦੇਖਣਾ ਕੀਤਾ ਅਤੇ ਆਪਣੇ ਚੇਲਿਆਂ ਨੂੰ ਪੁੱਛਣਾ ਕੀਤਾ ਕਿ ਦੇਖੋ ਇਹ ਕਿਹਨਾਂ ਦੀ ਆਵਾਜ਼ ਆ ਰਹੀ ਹੈ, ਜੋ ਉੱਚੀ ਉੱਚੀ ਬੋਲਣ ਦੀ ਆਵਾਜ਼ ਆ ਰਹੀ ਹੈ। ਇਉਂ ਪ੍ਰਤੀਤ ਹੁੰਦਾ ਹੈ ਇਸ ਸਰੋਵਰ ਦੇ ਦੂਸਰੀ ਸਾਈਡ, ਦੂਸਰੇ ਪਾਸੇ ਕਿਸੇ ਨੇ ਆਪਣਾ ਉਤਾਰਾ ਕੀਤਾ ਹੈ, ਡੇਰਾ ਲਾਇਆ ਹੋਇਆ ਹੈ। ਇਹ ਕੌਣ ਹਨ ਅਤੇ ਕਿੱਥੋਂ ਆਏ ਹਨ, ਕਿੱਥੇ ਜਾ ਰਹੇ ਹਨ, ਇਹਨਾਂ ਦੀ ਬਾਬਤ ਪਤਾ ਕਰੋ। ਤਾਂ ਉਸੇ ਟਾਈਮ ਉਸੇ ਸਮੇਂ ਉਸ ਸਾਧੂ ਦੇ ਚੇਲਿਆਂ ਨੇ, ਸੇਵਕਾਂ ਨੇ, ਉਹਨਾਂ ਨੇ ਦੱਸ ਦਿੱਤਾ ਕਿ ਇਸ ਅਸਥਾਨ 'ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਾਣੇ ਉਹ ਤੁਰਕਾਂ ਮੁਗਲਾਂ ਨੇ ਨਾਮ ਰੱਖਿਆ ਹੋਇਆ ਮਰੇਲਾ ਗੁਰੂ, ਉਹ ਕਹਿਣ ਲੱਗੇ ਕਿ ਮਰੇਲਾ ਗੁਰੂ ਇਸ ਅਸਥਾਨ 'ਤੇ ਪਹੁੰਚਿਆ ਹੈ, ਜਿਨ੍ਹਾਂ ਨੇ ਤੁਰਕਾਂ ਦੀਆਂ ਸੈਨਾ ਦੇ ਨਾਲ ਜੰਗ ਕਰਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਤੁਰਕਾਂ ਦੀਆਂ ਸੈਨਾ ਨੂੰ ਖਪਾ ਕੇ ਰੱਖ ਦਿੱਤਾ, ਨਾਸ ਕਰ ਦਿੱਤਾ, ਖਤਮ ਕਰ ਦਿੱਤਾ ਹੈ। ਤਾਂ ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਉਹ ਸਾਧੂ ਦੇ ਨਾਲ ਹੋ ਰਹੀਆਂ ਸਨ, ਤਾਂ ਗੁਰੂ ਕੇ ਯੋਧੇ ਸੂਰਮੇ ਇੱਧਰ ਉੱਧਰ ਫਿਰਦੇ ਉਹ ਵੀ ਇਹਨਾਂ ਦੇ ਪਾਸ ਪਹੁੰਚ ਜਾਂਦੇ ਹਨ। ਤੇ ਇਸ ਸਾਧੂ ਨੇ ਆਪਣੇ ਚੇਲਿਆਂ ਦੇ ਪਾਸੋਂ ਹੋਰ ਵਾਰਤਾ ਪੁੱਛਣਾ ਕੀਤੀ ਕਿ ਇਸ ਗੱਲ ਦੀ ਬਾਬਤ ਦੱਸੋ ਕਿ ਗੁਰੂ ਜੀ ਦੇ ਨਾਲ ਕਿੰਨੇ ਕੁ ਯੋਧੇ ਸੂਰਮੇ ਹਨ ਅਤੇ ਗੁਰੂ ਜੀ ਦੀ ਉਮਰ ਕਿੰਨੀ ਕੁ ਹੈ, ਸਾਰੀ ਗੱਲਬਾਤ ਬਾਬਤ ਮੈਨੂੰ ਅੱਛੀ ਤਰ੍ਹਾਂ ਦੱਸ ਦੇਵੋ। ਤਾਂ ਉਹਨਾਂ ਸਿੰਘਾਂ ਤੋਂ ਇਸ ਸਾਧੂ ਦੇ ਚੇਲਿਆਂ ਨੂੰ ਪਤਾ ਲੱਗਿਆ ਸੀ, ਸਾਰੀ ਗੱਲਬਾਤ ਦੱਸ ਦਿੱਤੀ ਕਿ ਗੁਰੂ ਜੀ ਦੀ ਉਮਰ 30 ਸਾਲ ਤੋਂ ਉੱਪਰ ਹੈ ਅਤੇ 40 ਤੋਂ ਹੇਠਾਂ ਹੈ, 40 ਤੋਂ ਥੱਲੇ ਥੱਲੇ ਹੈ, 30 ਤੋਂ ਉੱਪਰ ਹੈ। ਜਦ ਇਸ ਤਰ੍ਹਾਂ ਇਸ ਸਾਧੂ ਨੇ ਸੁਣਿਆ ਤਾਂ ਉਹ ਸੁਣ ਕੇ ਹੈਰਾਨ ਹੋਇਆ ਅਤੇ ਕਹਿਣ ਲੱਗਿਆ ਕਿ ਇਸ ਗੁਰੂ ਦੇ ਨਾਲ ਇੰਨੇ ਯੋਧੇ ਸੂਰਮੇ ਹਨ ਔਰ ਇੰਨੀ ਮੰਨਤਾ ਹੈ, ਫਿਰ ਜੇਕਰ ਇੰਨੀ ਕੁ ਉਮਰ ਹੈ ਗੁਰੂ ਦੀ, ਤਾਂ ਫਿਰ ਇੰਨੀ ਕੁ ਉਮਰ ਦੇ ਵਿੱਚ ਉਹਨਾਂ ਨੇ ਕੀ ਤਪੱਸਿਆ ਕੀਤੀ ਹੋਣੀ ਹੈ, ਕੀ ਸਾਧਨਾ ਸਾਧੀ ਹੋਣੀ ਹੈ, ਕੀ ਇਹਨਾਂ ਦਾ ਮਨ ਇਕਾਗਰ ਹੋਇਆ ਹੋਣਾ ਹੈ, ਕੀ ਮਨ ਦੇ ਵਿੱਚ ਸ਼ਾਂਤੀ, ਸੁੱਖ ਅਤੇ ਸ਼ਕਤੀਆਂ ਪੈਦਾ ਹੋਈਆਂ ਹੋਣਗੀਆਂ। ਤਾਂ ਜੇਕਰ ਇੰਨੀ ਕੁ ਉਮਰ ਦੇ ਗੁਰੂ ਹਨ ਤਾਂ ਆਪਾਂ ਉਹਨਾਂ ਤੋਂ ਕੀ ਲੈਣਾ ਹੈ, ਆਪਾਂ ਨੂੰ ਕੋਈ ਲੋੜ ਨਹੀਂ ਹੈ, ਕਿਉਂਕਿ ਇਸ ਸਾਧੂ ਦੀ ਉਮਰ ਬਹੁਤ ਲੰਮੇਰੀ ਹੋ ਚੁੱਕੀ ਸੀ, ਲੰਮੀ ਉਮਰ ਹੋ ਚੁੱਕੀ ਸੀ। ਤਕਰੀਬਨ 5000 ਸਾਲ ਤੋਂ ਉੱਪਰ, 5120 ਸਾਲ ਦੀ ਇਸ ਦੀ ਉਮਰ ਸੀ, ਜੋ ਇਸ ਨੇ ਆਪਣੀ ਯੋਗ ਸਾਧਨਾ ਦੇ ਨਾਲ ਆਪਣੇ ਸਵਾਸਾਂ ਨੂੰ ਦਸਮ ਦੁਆਰ ਦੇ ਵਿੱਚ ਬੜਾ ਲੰਮਾ ਸਮਾਂ ਟਿਕਾ ਕੇ ਇਸ ਨੇ ਆਪਣੀ ਇਹ ਉਮਰ ਵਧਾਈ ਹੋਈ ਸੀ। ਤਾਂ ਉਸ ਨੇ ਸੋਚਿਆ ਇੰਨੀ ਛੋਟੀ ਉਮਰ ਦੇ ਵਿੱਚ ਕੀ ਇਹਨਾਂ ਨੇ ਯੋਗ ਸਾਧਨਾ ਕੀਤੀ ਹੋਵੇਗੀ ਔਰ ਇਸ ਗੁਰੂ ਤੋਂ ਆਪਾਂ ਕੀ ਲੈਣਾ ਹੈ। ਤਾਂ ਜਦ ਇਸ ਤਰ੍ਹਾਂ ਦੀ ਗੱਲ ਗੁਰੂ ਕੇ ਯੋਧੇ ਸੂਰਮਿਆਂ ਨੇ ਸੁਣੀ, ਇਸ ਸਾਧੂ ਦੀ ਤਰਕ ਵਾਲੀ ਗੱਲ ਸੁਣ ਕੇ ਉਹ ਗੁਰੂ ਕੇ ਯੋਧੇ ਸੂਰਮੇ ਵਾਪਸ ਆ ਜਾਂਦੇ ਹਨ, ਗੁਰੂ ਜੀਆਂ ਦੇ ਪਾਸ ਪਹੁੰਚਦੇ ਹਨ। ਇਹਨਾਂ ਦੇ ਮਨ ਦੇ ਵਿੱਚ ਇਸ ਸਾਧੂ ਦੀ ਤਰਕ ਕੀਤੀ ਹੋਈ ਕੜਕਦੀ ਰਹੀ ਸੀ, ਖੁੰਸਦੀ ਰਹੀ ਸੀ ਕਿ ਗੁਰੂ ਮਹਾਰਾਜ ਜੀਆਂ ਦੀ ਬਾਬਤ ਉਸ ਸਾਧ ਨੇ ਇਸ ਤਰ੍ਹਾਂ ਦੇ ਬਚਨ ਕਿਉਂ ਕਹਿ ਦਿੱਤੇ। ਤਾਂ ਸਾਰੀ ਵਾਰਤਾ ਆ ਕੇ ਗੁਰੂ ਮਹਾਰਾਜ ਜੀਆਂ ਦੇ ਪਾਸ ਜ਼ਾਹਰ ਕਰ ਦਿੱਤੀ ਕਿ ਉਹ ਸਾਧੂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਚਾਰਾਂ ਹਨ ਔਰ ਇਸ ਤਰ੍ਹਾਂ ਤਰਕ ਦੇ ਨਾਲ ਉਸਨੇ ਆਪ ਜੀਆਂ ਦੇ ਪ੍ਰਤੀ ਵਚਨ ਕਹੇ। ਤਾਂ ਗੁਰੂ ਮਹਾਰਾਜ ਕਹਿਣ ਲੱਗੇ, ਹਾਂ ਭਾਈ, ਉਸ ਸਾਧ ਦੇ ਮਨ ਦੇ ਵਿੱਚ ਆਪਣੀ ਵੱਡੀ ਉਮਰ ਦਾ ਬਹੁਤ ਹੰਕਾਰ ਹੈ, ਮਾਣ ਹੈ। ਇੰਨੇ ਸਮੇਂ ਦੇ ਵਿੱਚ ਇਸ ਸਾਧੂ ਦੇ ਸੇਵਕ ਚੇਲੇ ਉਹ ਵੀ ਗੁਰੂ ਮਹਾਰਾਜ ਜੀਆਂ ਦੇ ਪਾਸ ਪਹੁੰਚ ਚੁੱਕੇ ਸਨ। ਉਹ ਆਏ ਸਨ ਕੁਝ ਕੁ ਇਕੱਠੇ ਹੋ ਕੇ ਕਿ ਆਪਾਂ ਵੀ ਗੁਰੂ ਮਹਾਰਾਜ ਜੀਆਂ ਦਾ ਦਰਸ਼ਨ ਕਰ ਆਈਏ ਕਿ ਕਿਸ ਤਰ੍ਹਾਂ ਦੇ ਗੁਰੂ ਜੀ ਹਨ। ਉਹ ਵੀ ਸਤਿਗੁਰਾਂ ਦੇ ਪਾਸ ਪਹੁੰਚ ਚੁੱਕੇ ਸਨ। ਤਾਂ ਇਹ ਗੁਰੂ ਕੇ ਯੋਧੇ ਸੂਰਮੇ ਗੁਰੂ ਮਹਾਰਾਜ ਜੀਆਂ ਦੇ ਨਾਲ ਬਚਨ ਵਿਲਾਸ ਕਰਦੇ ਹਨ। ਤਾਂ ਸਤਿਗੁਰਾਂ ਜਦ ਇਹ ਬਚਨ ਕਹੇ ਕਿ ਉਸ ਸਾਧੂ ਨੂੰ ਆਪਣੀ ਵੱਡੀ ਉਮਰ ਦਾ ਮਾਣ ਹੈ, ਹੰਕਾਰ ਹੈ, ਤਾਂ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ
ਉਸ ਦੀ ਉਮਰ ਕਿੰਨੀ ਕੁ ਹੈ, ਉਸ ਦੀ ਉਮਰ ਦੀ ਬਾਬਤ ਆਪ ਦੱਸਣਾ ਕਰੋ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਦੱਸ ਦਿੱਤਾ ਕਿ ਉਸ ਨੇ ਯੋਗ ਸਾਧਨਾ ਸਾਧ ਕੇ ਆਪਣੇ ਸਵਾਸਾਂ ਨੂੰ ਦਸਮ ਦੁਆਰ ਦੇ ਵਿੱਚ ਟਿਕਾਉਂਦਾ ਹੈ। ਕਿੰਨੇ ਕਿੰਨੇ ਸਾਲ ਇਹ ਇਸੇ ਤਰ੍ਹਾਂ ਆਪਣੇ ਸਵਾਸ ਦਸਮ ਦੁਆਰ ਦੇ ਵਿੱਚ ਟਿਕਾ ਕੇ ਅਡੋਲ ਇੱਕੇ ਜਗ੍ਹਾ 'ਤੇ ਬੈਠਾ ਰਹਿੰਦਾ ਹੈ, ਨਾ ਸਵਾਸ ਆਉਂਦਾ ਹੈ ਨਾ ਜਾਂਦਾ ਹੈ। ਔਰ ਇਸ ਤਰ੍ਹਾਂ ਕਰਕੇ ਇਸ ਨੇ ਆਪਣੀ ਉਮਰ ਬੜੀ ਲੰਮੀ ਵਧਾ ਲਈ ਹੈ। ਹੁਣ ਇਸ ਟਾਈਮ ਇਸ ਸਮੇਂ ਇਸ ਦੀ ਉਮਰ 5120 ਸਾਲ ਦੀ ਹੋ ਚੁੱਕੀ ਹੈ। ਤਾਂ ਜਦ ਉਹ ਸਾਧੂ ਦੇ ਚੇਲਿਆਂ ਨੇ ਇਸ ਗੱਲ ਦੀ ਬਾਬਤ ਸੁਣਿਆ ਕਿ ਯੋਗ ਸਾਧਨਾ ਦੀ ਬਾਬਤ ਦੱਸ ਦਿੱਤਾ ਹੈ, ਉਮਰ ਦੀ ਬਾਬਤ ਦੱਸ ਦਿੱਤਾ ਹੈ, ਗੁਰੂ ਮਹਾਰਾਜ ਜੀਆਂ ਦੇ ਵਿੱਚ ਤੇ ਬੜੀ ਸ਼ਕਤੀ ਕਰਾਮਾਤ ਹੈ, ਉਹਨਾਂ ਨੇ ਕੁਝ ਕੁ ਬਚਨ ਵਿਲਾਸ ਹੋਰ ਸੁਣਨ ਤੋਂ ਬਾਅਦ ਆਪਣੇ ਗੁਰੂ ਸਾਧੂ ਦੇ ਪਾਸ ਆ ਕੇ ਸਾਰੀ ਗੱਲਬਾਤ ਦੱਸੀ। ਉਹ ਕਹਿਣ ਲੱਗੇ, ਮਹੰਤ ਜੀ, ਜਿਸ ਗੁਰੂ ਜੀ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਬੜੀ ਛੋਟੀ ਉਮਰ ਹੈ, 30 ਤੋਂ 40 ਸਾਲ ਦੇ ਵਿਚਕਾਰ ਇਹਨਾਂ ਦੀ ਉਮਰ ਹੈ, ਆਪਾਂ ਕੀ ਲੈਣਾ ਹੈ? ਕੀ ਇਹਨਾਂ ਨੇ ਇੰਨੇ ਸਮੇਂ 'ਚ ਯੋਗ ਸਾਧਨਾ ਸਾਧ ਲਈ ਹੋਵੇਗੀ? ਕੀ ਮਨ ਦੀ ਇਕਾਗਰਤਾ, ਮਨ ਦੀ ਸ਼ਾਂਤੀ ਪ੍ਰਾਪਤ ਕਰ ਲਈ ਹੋਣੀ ਹੈ? ਉਸ ਗੁਰੂ ਨੇ ਤੇ ਆਪ ਜੀਆਂ ਦੀ ਬਾਬਤ ਕੱਲੀ ਕੱਲੀ ਵਾਰਤਾ ਗੱਲ ਸੱਚ ਦੱਸ ਦਿੱਤੀ। ਔਰ ਆਪ ਜੀਆਂ ਦੀ ਉਮਰ ਦੀ ਬਾਬਤ ਵੀ ਦੱਸ ਦਿੱਤਾ ਕਿ 5120 ਸਾਲ ਦੀ ਉਮਰ ਹੈ ਉਸ ਸਾਧੂ ਦੀ। ਤਾਂ ਇਹ ਸਾਧੂ ਸੁਣ ਕੇ ਬੜਾ ਹੈਰਾਨ ਹੋਇਆ। ਇਹ ਕਹਿਣ ਲੱਗਿਆ ਕਿ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਕੀ ਤਪੱਸਿਆ, ਕੀ ਯੋਗ ਸਾਧਨਾ ਸਾਧ ਲਈ, ਉਹਨਾਂ ਨੂੰ ਇੰਨੀ ਕਰਾਮਾਤ, ਇੰਨੀ ਸ਼ਕਤੀ, ਇੰਨੀ ਸਾਧਨਾ, ਇਸ ਸਾਰੇ ਗੱਲ ਦੀ ਬਾਬਤ ਪਤਾ ਚੱਲ ਗਿਆ ਹੈ। ਔਰ ਇਸ ਨੂੰ ਵੀ ਆਪਣੀ ਉਮਰ ਦੀ ਬਾਬਤ ਪੂਰਾ ਗਿਆਨ ਸੀ, ਧਿਆਨ ਸੀ, ਪਤਾ ਸੀ ਕਿ ਮੇਰੀ ਉਮਰ ਵਾਕਿਆ ਹੀ 5120 ਸਾਲ ਦੀ ਹੋ ਚੁੱਕੀ ਹੈ। ਔਰ ਆਪਣੇ ਸਵਾਸਾਂ ਨੂੰ ਦਸਮ ਦੁਆਰ ਦੇ ਵਿੱਚ ਟਿਕਾ ਕੇ ਇਸ ਨੇ ਆਪਣੀ ਉਮਰ ਵਧਾਈ ਹੈ। ਅਤੇ ਇੱਕੋ ਇੱਕ ਵਿਚਾਰ ਇਹ ਗੁਰੂ ਮਹਾਰਾਜ ਜੀਆਂ ਦੀ ਸੁਣ ਕੇ ਇਸ ਸਾਧੂ ਦੇ ਮਨ ਦੇ ਵਿੱਚ ਉਸੇ ਟਾਈਮ ਸ਼ਰਧਾ ਹੋ ਆਈ। ਇਸ ਨੇ ਸੋਚਿਆ ਕਿ ਫਿਰ ਤੇ ਮੈਂ ਹੁਣੇ ਹੀ ਉਸ ਗੁਰੂ ਦੇ ਦਰਸ਼ਨ ਕਰਨ ਦੇ ਵਾਸਤੇ ਜਾਵਾਂਗਾ। ਤਾਂ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਇੱਕ ਸੋਟੀ ਦੇ ਆਸਰੇ ਚੱਲਦਾ ਹੋਇਆ, ਬੜਾ ਬਜ਼ੁਰਗ ਸਰੀਰ ਹੋ ਚੁੱਕਿਆ ਸੀ, ਸੋਟੀ ਦੇ ਆਸਰੇ ਚੱਲ ਕੇ ਉਹ ਗੁਰੂ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ ਪਹੁੰਚਿਆ। ਤਾਂ ਸਤਿਗੁਰੂ ਮਹਾਰਾਜ ਜੀਆਂ ਦਾ ਦੀਵਾਨ ਲੱਗਿਆ ਹੋਇਆ ਸੀ। ਸ਼ਾਮ ਦੇ ਵਕਤ ਸ਼੍ਰੀ ਰਹਿਰਾਸ ਸਾਹਿਬ ਜੀਆਂ ਦਾ ਪਾਠ ਹੋ ਰਿਹਾ ਸੀ। ਸਾਰੀ ਸੰਗਤ ਸਮੇਤ ਗੁਰੂ ਮਹਾਰਾਜ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਸਰਵਣ ਕਰ ਰਹੇ ਸਨ। ਇਹ ਸਾਧੂ ਉਸੇ ਸਮੇਂ ਜਾ ਕੇ ਗੁਰੂ ਮਹਾਰਾਜ ਜੀਆਂ ਦੇ ਸਾਹਮਣੇ ਖਲੋ ਜਾਂਦਾ ਹੈ, ਖੜ ਜਾਂਦਾ ਹੈ। ਕੁਝ ਕੁ ਟਾਈਮ, ਕੁਝ ਕੁ ਸਮਾਂ ਖੜਿਆ ਤਾਂ ਗੁਰੂ ਮਹਾਰਾਜ ਜੀਆਂ ਨੇ ਦੇਖਿਆ ਤਾਂ ਇਸ ਸਾਧੂ ਨੂੰ ਕਹਿਣ ਲੱਗੇ, ਇਹ ਸਾਧੂ, ਤੁਸੀਂ ਇਸ ਸਥਾਨ 'ਤੇ ਬੈਠ ਜਾਵੋ। ਇਸ ਨੂੰ ਬੈਠਣ ਦੀ ਬਾਬਤ ਸਤਿਗੁਰਾਂ ਬਚਨ ਕੀਤਾ। ਇਹ ਨਮਸਕਾਰ ਕਰਕੇ, ਪ੍ਰਣਾਮ ਕਰਕੇ ਉਸੇ ਸਥਾਨ 'ਤੇ ਸਤਿਗੁਰਾਂ ਦੇ ਨਜ਼ਦੀਕ ਹੀ ਬੈਠ ਜਾਂਦਾ ਹੈ। ਜਦ ਬੈਠ ਜਾਂਦਾ ਹੈ, ਸ਼੍ਰੀ ਰਹਿਰਾਸ ਸਾਹਿਬ ਜੀਆਂ ਦਾ ਪਾਠ ਸੰਪੂਰਨ ਹੋਇਆ ਤਾਂ ਭੋਗ ਪਾ ਦਿੱਤਾ, ਅਰਦਾਸ ਬੇਨਤੀ ਗੁਰਸਿੱਖਾਂ ਨੇ ਕਰ ਦਿੱਤੀ। ਤਾਂ ਉਸ ਟਾਈਮ ਇਸ ਸਾਧੂ ਨੇ ਗੁਰੂ ਮਹਾਰਾਜ ਜੀਆਂ ਦੇ ਚਰਨਾਂ 'ਤੇ ਅੱਗੇ ਹੋ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਫਿਰ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ, ਜਿਸ ਤਰ੍ਹਾਂ ਆਪ ਨੇ ਇਹਨਾਂ ਆਪਣੇ ਯੋਧੇ ਸੂਰਮਿਆਂ ਦੇ ਉੱਪਰ, ਆਪਣੇ ਸੇਵਕਾਂ ਦੇ ਉੱਪਰ ਕਿਰਪਾ ਕੀਤੀ ਹੈ ਨਾ, ਉਸੇ ਤਰ੍ਹਾਂ ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਲਗਾ ਲਵੋ। ਕਿਉਂਕਿ ਸ਼ਰਧਾ ਇੱਕੋ ਇੱਕ ਬਚਨ ਸੁਣ ਕੇ ਗੁਰੂ ਮਹਾਰਾਜ ਜੀਆਂ ਦੀ ਬਾਬਤ ਇਸ ਦੇ ਮਨ ਦੇ ਵਿੱਚ ਹੋ ਆਈ ਸੀ। ਕਿਉਂਕਿ ਇਸ ਦਾ ਮਨ ਤੇ ਪਹਿਲੇ ਤੋਂ ਹੀ ਨਿਰਮਲ ਸੀ ਔਰ ਵਿਕਾਰਾਂ ਤੋਂ ਬਚਿਆ ਹੋਇਆ ਸੀ। ਲੰਮਾ ਸਮਾਂ ਇਸ ਨੇ ਬੜੀ ਯੋਗ ਸਾਧਨਾ ਸਾਧੀ ਹੋਈ ਸੀ। ਤਾਂ ਗੁਰੂ ਮਹਾਰਾਜ ਜੀਆਂ 'ਤੇ ਸ਼ਰਧਾ ਹੋ ਆਈ ਸੀ। ਸਤਿਗੁਰਾਂ ਦੇ ਪਾਸ ਆਉਂਦਿਆਂ ਸਾਰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਨੂੰ ਆਪਣੇ ਚਰਨਾਂ ਦੇ ਨਾਲ ਲਗਾਵੋ, ਮੈਨੂੰ ਆਪਣਾ ਸਿੱਖ ਬਣਾ ਲਵੋ ਔਰ ਮੈਨੂੰ ਮੇਰੇ ਆਤਮਿਕ ਸਰੂਪ ਦੇ ਦਰਸ਼ਨ ਕਰਾ ਦੇਵੋ, ਮੈਨੂੰ ਮੇਰੇ ਆਤਮਿਕ ਸਰੂਪ ਦੀ ਬਾਬਤ ਗਿਆਨ ਕਰਵਾ ਦੇਵੋ। ਤਾਂ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਸਿੱਖ ਬਣਨ ਦੇ ਵਾਸਤੇ
ਤੇ ਸਤਿਗੁਰਾਂ ਮੁਸਕਰਾ ਕੇ ਬਚਨ ਕੀਤਾ, ਐ ਸਾਧੂ ਜਨੋ, ਤੁਸੀਂ ਤੇ ਪਹਿਲੇ ਤੋਂ ਹੀ ਸਾਡੇ ਸਿੱਖ ਬਣੇ ਹੋਏ ਹੋ, ਪਹਿਲੇ ਸਮੇਂ ਤੋਂ ਹੀ ਤੁਸੀਂ ਤੋਂ ਸਿੱਖ ਹੋ, ਔਰ ਤੁਸੀਂ ਆਪਣੀ ਮੁਕਤੀ ਦੇ ਵਾਸਤੇ, ਜਨਮ ਮਰਨ ਦੀ ਨਿਵਰਤੀ ਦੇ ਵਾਸਤੇ ਬੜਾ ਲੰਮਾ ਸਮਾਂ ਸਾਧਨਾ ਕੀਤੀ ਹੈ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਇਸ ਦੇ ਨਾਲ ਬਹੁਤ ਸਾਰੇ ਬਚਨ ਬਿਲਾਸ ਕੀਤੇ। ਇਸ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਨੂੰ ਆਪਣੇ ਆਤਮਿਕ ਸਰੂਪ ਦੀ ਸੋਝੀ ਗਿਆਨ ਕਰਵਾ ਦੇਵੋ, ਮੇਰਾ ਜਨਮ ਮਰਨ ਖਤਮ ਕਰ ਦੇਵੋ, ਮੈਨੂੰ ਮੁਕਤ ਕਰ ਦੇਵੋ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਮੁਸਕਰਾ ਕੇ ਫਿਰ ਇਸ ਨੂੰ ਬਚਨ ਕੀਤਾ ਕਿ ਤੁਸੀਂ ਇਉਂ ਕਰੋ, ਨਿਰੰਕਾਰ ਅਕਾਲ ਪੁਰਖ ਦੇ ਚਰਨਾਂ 'ਚ ਆਪਣੇ ਹੱਥ ਜੋੜ ਕੇ ਨਮਸਕਾਰ ਕਰੋ, ਮੱਥਾ ਟੇਕੋ। ਤੇ ਇਸ ਨੇ ਗੁਰੂ ਮਹਾਰਾਜ ਜੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਲਿਆ ਸੀ, ਨਿਰੰਕਾਰ ਦਾ ਸਰੂਪ ਸਮਝ ਲਿਆ ਸੀ। ਇਹਨੇ ਦੋਨੇ ਹੱਥ ਜੋੜ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ 'ਤੇ ਨਮਸਕਾਰ ਕੀਤੀ। ਇਸ ਦੀ ਭਾਵਨਾ, ਇਸ ਦੀ ਸ਼ਰਧਾ ਨੂੰ ਦੇਖ ਕੇ ਸਤਿਗੁਰੂ ਮਹਾਰਾਜ ਜੀਆਂ ਨੇ ਇਸ ਦੇ ਉੱਪਰ ਆਪਣੀ ਮਿਹਰਾਂ ਭਰੀ ਦ੍ਰਿਸ਼ਟੀ ਪਾਈ। ਉਸੇ ਟਾਈਮ ਇਸ ਦੇ ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਇਸ ਦੀ ਸੁੱਧ ਬੁੱਧ ਹੋਰ ਦੀ ਹੋਰ ਹੋ ਜਾਂਦੀ ਹੈ, ਇਸ ਨੂੰ ਆਪਣੇ ਆਤਮਿਕ ਸਰੂਪ ਦਾ ਗਿਆਨ ਹੋ ਜਾਂਦਾ ਹੈ। ਤਾਂ ਫਿਰ ਸਤਿਗੁਰੂ ਮਹਾਰਾਜ ਜੀਆਂ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਬੜਾ ਪ੍ਰਸੰਨ ਹੋਇਆ, ਖੁਸ਼ ਹੋਇਆ। ਖੁਸ਼ ਹੋ ਕੇ ਫਿਰ ਸਤਿਗੁਰਾਂ ਦੇ ਪਾਸ ਕੁਝ ਕੁ ਬਚਨ ਬਿਲਾਸ ਕੀਤੇ। ਇਹ ਵੀ ਬਚਨ ਬਿਲਾਸ ਕੀਤੇ, ਸੱਚੇ ਪਾਤਸ਼ਾਹ, ਤੁਸੀਂ ਇੰਨੀ ਛੋਟੀ ਜੀ ਉਮਰ ਦੇ ਵਿੱਚ ਔਰ ਸਰਬ ਕਲਾ ਸਮਰੱਥ ਹੋ ਚੁੱਕੇ ਹੋ, ਕਿਵੇਂ, ਕੀ ਕਾਰਨ ਹੈ? ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਬਚਨ ਕੀਤੇ ਕਿ ਉਮਰ ਦੀ ਗੱਲ ਨਹੀਂ ਹੈ, ਇਹ ਤੇ ਬਸਤਰ ਹੈ, ਸਰੀਰ ਹੈ, ਸਰੀਰ ਦੀ ਉਮਰ ਹੈ। ਜੋ ਸਮਝਦਾਰ ਸਿਆਣਾ ਇਨਸਾਨ ਹੈ ਉਹ ਬਹੁਤਾ ਚਿਰ ਆਪਣੇ ਪੁਰਾਣੇ ਬਸਤਰਾਂ ਨੂੰ ਨਹੀਂ ਰੱਖਿਆ ਕਰਦਾ। ਜਦ ਬਸਤਰ ਪੁਰਾਣੇ ਹੋ ਜਾਣ ਉਹ ਬਦਲ ਦਿੰਦਾ ਹੈ, ਜਾਂ ਜਿਸ ਨੂੰ ਨਵੀਆਂ ਪੁਸ਼ਾਕਾਂ ਮਿਲਦੀਆਂ ਰਹਿਣ ਉਹ ਪੁਰਾਣੇ ਨਹੀਂ ਪਹਿਨਦਾ। ਔਰ ਤੁਸੀਂ ਤੇ ਬੜੇ ਲੰਮੇ ਸਮੇਂ ਤੋਂ ਇਹ ਪੁਰਾਣਾ ਸਰੀਰ ਆਪਣੇ ਪਾਸ ਰੱਖਿਆ ਹੋਇਆ ਹੈ, ਅਸੀਂ ਆਪਣਾ ਸਰੀਰ ਰੂਪੀ ਚੋਲਾ ਬਦਲ ਦਿੰਦੇ ਹਾਂ। ਇਸ ਤਰ੍ਹਾਂ ਦੇ ਨਾਲ ਬਚਨ ਬਿਲਾਸ ਹੋਏ, ਇਹ ਸਾਧੂ ਦਾ ਨਿਸਤਾਰਾ ਹੋਇਆ, ਇਸ ਦਾ ਭਲਾ ਹੋਇਆ। ਗੁਰੂ ਮਹਾਰਾਜ ਜੀ ਇਸ ਸਥਾਨ ਤੋਂ ਅੱਗੇ ਕੂਚ ਕਰਦੇ ਹਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਡਾਰ ਹਯਨ ਪਰ ਜੀਨ ਤਬ ਭਏ ਸਤਿਗੁਰੂ ਤਿਆਰ। ਤਾਂ ਇਸ ਸਥਾਨ ਤੋਂ ਗੁਰੂ ਮਹਾਰਾਜ ਜੀਆਂ ਨੇ ਆਪਣੀ ਤਿਆਰੀ ਕੀਤੀ, ਆਪਣੇ ਯੋਧੇ ਸੂਰਮਿਆਂ ਨੂੰ ਹੁਕਮ ਕੀਤਾ, ਔਰ ਸਾਰੇ ਦੇ ਸਾਰੇ ਆਪਣੇ ਘੋੜਿਆਂ ਦੇ ਉੱਪਰ ਕਾਠੀਆਂ ਪਾ ਕੇ ਇਸ ਸਥਾਨ ਤੋਂ ਚੱਲਣ ਦੇ ਲਈ ਬਿਲਕੁਲ ਤਿਆਰ ਹੋ ਜਾਂਦੇ ਹਨ। ਚੜੇ ਸਿੰਘ ਬੈਰਾੜ ਗਨ ਚੱਲੇ ਉਜਾਰ ਉਜਾਰ। ਜੋ ਬੈਰਾੜ ਸਿੰਘ ਗੁਰੂ ਮਹਾਰਾਜ ਜੀਆਂ ਦੇ ਨਾਲ ਸਨ, ਇਹ ਸਾਰੇ ਤਿਆਰ ਹੋ ਕੇ ਸਤਿਗੁਰਾਂ ਦੇ ਨਾਲ ਜੰਗਲ ਦੇ ਇਲਾਕੇ ਦੇ ਵਿੱਚ ਦੀ ਅੱਗੇ ਚੱਲ ਪੈਂਦੇ ਹਨ। ਚੌਪਈ ਨੌਥੇ ਜਬ ਸ਼੍ਰੀ ਪ੍ਰਭ ਗਏ। ਚਲਦੇ ਚਲਦੇ ਨੌਥੇਹੇ ਨਗਰ ਦੇ ਪਾਸ ਗੁਰੂ ਮਹਾਰਾਜ ਜੀ ਜਦ ਪਹੁੰਚ ਜਾਂਦੇ ਹਨ, ਤਹਿ ਕੇ ਨਰ ਗਨ ਆਵਤ ਭਏ। ਔਰ ਉਥੋਂ ਦੇ ਇਸਤਰੀ ਪੁਰਸ਼, ਉਥੋਂ ਦੇ ਲੋਕ ਇਕੱਠੇ ਹੋ ਕੇ ਉਹ ਗੁਰੂ ਮਹਾਰਾਜ ਜੀਆਂ ਦੇ ਪਾਸ ਪਹੁੰਚ ਜਾਂਦੇ ਹਨ। ਹਾਥ ਜੋਰ ਤਿਨ ਅਰਜ ਗੁਜਾਰੀ। ਉਹਨਾਂ ਨੇ ਆ ਕੇ ਗੁਰੂ ਮਹਾਰਾਜ ਜੀਆਂ ਦੇ ਪਾਸ ਬੇਨਤੀ ਕੀਤੀ, ਆਪ ਚਮੂ ਹਜ਼ਰਤ ਕੀ ਮਾਰੀ। ਔਰ ਇਸ ਤਰ੍ਹਾਂ ਦੇ ਬਚਨ ਵਿਲਾਸ ਆ ਕੇ ਕਹਿਣ ਲੱਗੇ, ਗੁਰੂ ਮਹਾਰਾਜ ਜੀਓ, ਤੁਸੀਂ ਬਾਦਸ਼ਾਹੀ ਸੈਨਾ ਦੇ ਨਾਲ ਬੜਾ ਜੰਗ ਯੁੱਧ ਕਰਕੇ ਬਹੁਤ ਸਾਰੀ ਬਾਦਸ਼ਾਹੀ ਸੈਨਾ ਨੂੰ ਖਪਾ ਦਿੱਤਾ ਹੈ। ਇਸ ਥਲ ਕੀਜੈ ਨਹੀਂ ਮੁਕਾਮੂ। ਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਔਰ ਤੁਹਾਡਾ ਜੋ ਜੰਗ ਯੁੱਧ ਹੈ
ਲੜਾਈ ਝਗੜਾ ਹੈ ਇਹ ਤੁਰਕਾਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਹੋ ਰਿਹਾ ਹੈ, ਇਸ ਕਰਕੇ ਤੁਸੀਂ ਹੁਣ ਇਸ ਸਥਾਨ ਤੇ ਡੇਰਾ ਨਾ ਲਾਵੋ। ਉਤਰੋ ਜਾਏ ਆਗਲੇ ਗ੍ਰਾਮੂ। ਤਾਂ ਆਪਣੇ ਵੱਲੋਂ ਇਹ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਕਿਸੇ ਅਗਲੇ ਪਿੰਡ ਦੇ ਵਿੱਚ ਜਾ ਕੇ ਡੇਰਾ ਲਾ ਸਕਦੇ ਹੋ। ਬਿਨਤੀ ਸਹਿਤ ਆਪ ਕੋ ਕਹੈ। ਅਸੀਂ ਬੇਨਤੀ ਦੇ ਸਮੇਤ ਹੱਥ ਜੋੜ ਕੇ ਆਪ ਜੀਆਂ ਨੂੰ ਕਹਿੰਦੇ ਹਾਂ। ਹਜ਼ਰਤ ਤੇ ਤਰਾਸਤ ਨਿਤ ਰਹੈ। ਉਧਰ ਬਾਦਸ਼ਾਹੀ ਸੈਨਾ ਦੇ ਨਾਲ ਆਪ ਦਾ ਝਗੜਾ ਹੈ ਤੇ ਅਸੀਂ ਤੇ ਹਰ ਟਾਈਮ ਉਸ ਬਾਦਸ਼ਾਹ ਤੋਂ ਡਰਦੇ ਰਹਿੰਦੇ ਹਾਂ। ਤਿਨ ਪਰ ਕਿਰਪਾ ਕਰਤ ਚੱਲ ਪਰੇ। ਗੁਰੂ ਮਹਾਰਾਜ ਜੀਆਂ ਨੇ ਇਹਨਾਂ ਦੇ ਬਚਨ ਬਿਲਾਸ ਸੁਣੇ ਤੇ ਇਹਨਾਂ ਤੇ ਕਿਰਪਾ ਹੀ ਧਾਰ ਕੇ ਰੱਖੀ। ਹੋਰ ਕੋਈ ਵੀ ਸਰਾਫ ਦਾ ਵਚਨ ਇਹਨਾਂ ਨੂੰ ਨਹੀਂ ਕਿਹਾ ਅਤੇ ਚੁੱਪ ਚਪਾਤੇ ਇਸ ਸਥਾਨ ਤੋਂ ਅੱਗੇ ਚੱਲ ਪੈਂਦੇ ਹਨ। ਜਾਏ ਮਜਲ ਸਿਰ ਡੇਰਾ ਕਰੇ। ਤੇ ਆਪਣੀ ਮੰਜ਼ਿਲ ਨੂੰ ਤੈਅ ਕਰਕੇ ਗੁਰੂ ਮਹਾਰਾਜ ਜੀਆਂ ਨੇ ਇੱਕ ਸਥਾਨ ਤੇ ਆਪਣਾ ਡੇਰਾ ਲਾਉਣਾ ਕੀਤਾ। ਫਤਿਹ ਸਮੂ ਗ੍ਰਾਮ ਅਗਾਰੇ। ਫਤਿਹ ਸਮੂਹ ਨਾਮ ਦਾ ਨਗਰ ਸੀ, ਪਿੰਡ ਸੀ। ਇਸ ਪਿੰਡ ਦੇ ਨਜ਼ਦੀਕ ਜਾ ਕੇ ਗੁਰੂ ਮਹਾਰਾਜ ਜੀਆਂ ਨੇ ਆਪਣਾ ਡੇਰਾ ਲਗਾ ਲਿਆ ਹੈ। ਖਰੇ ਤੁਰੰਗ ਕਰ ਜੀਨ ਉਤਾਰੇ। ਇਸ ਸਥਾਨ ਤੇ ਯੋਧੇ ਸੂਰਮਿਆਂ ਨੇ ਆਪਣੇ ਡੇਰੇ ਲਾਉਣਾ ਕੀਤੇ। ਸਹਿਜ ਸੁਭਾਇਕ ਠਾਂਡੇ ਵਿਚਰਤ। ਸਤਿਗੁਰੂ ਮਹਾਰਾਜ ਜੀਆਂ ਦਾ ਡੇਰਾ ਇੱਥੇ ਲੱਗਿਆ ਹੈ। ਸਹਿਜ ਸੁਭਾਏ ਹੀ ਸਤਿਗੁਰੂ ਮਹਾਰਾਜ ਇਸ ਡੇਰੇ ਦੀ ਬਾਬਤ ਅਤੇ ਇੱਧਰ ਉੱਧਰ ਆਪਣੀ ਦ੍ਰਿਸ਼ਟੀ ਪਾ ਰਹੇ ਹਨ। ਸਿਵਰ ਲੱਗੇ ਕੋ ਹੇਰਤ ਉਤ ਇਤ। ਡੇਰੇ ਲੱਗੇ ਨੂੰ ਇੱਧਰੋਂ ਉੱਧਰੋਂ ਸਤਿਗੁਰੂ ਮਹਾਰਾਜ ਦੇਖ ਰਹੇ ਹਨ। ਤਿਸ ਛਿਨ ਪੁੰਜ ਹਰੀ ਕੇ ਆਏ। ਉੱਥੇ ਗੁਰੂ ਮਹਾਰਾਜ ਜੀ ਖੜੇ ਹਨ ਅਰ ਹਰੀ ਕੇ ਇਸ ਸਥਾਨ ਤੇ ਚੱਲ ਕੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਪਹੁੰਚ ਜਾਂਦੇ ਹਨ। ਲੁੰਗੀ ਖੇਸ ਭੇਟ ਹਿਤ ਲਿਆਏ। ਇਹ ਜੋ ਫਤਿਹ ਸੁਮ ਨਗਰ ਦੇ ਵਿੱਚੋਂ ਆਏ ਸਨ, ਇਹਨਾਂ ਦਾ ਗੋਤ ਸੀ ਜੋ ਇਹ ਹਰੀਕੇ ਸੀ, ਇਸ ਕਰਕੇ ਇਹਨਾਂ ਨੂੰ ਹਰੀਕੇ ਕਿਹਾ ਜਾਂਦਾ ਸੀ। ਔਰ ਉਹ ਆਪਣੇ ਦੇਸ਼ ਦਾ ਜੋ ਭੇਸ ਸੀ, ਇਲਾਕੇ ਦਾ ਭੇਸ ਸੀ, ਔਰ ਉਸੇ ਤਰ੍ਹਾਂ ਦੀ ਭੇਟਾ ਲੈ ਕੇ ਗੁਰੂ ਮਹਾਰਾਜ ਜੀਆਂ ਦੇ ਪਾਸ ਪਹੁੰਚ ਜਾਂਦੇ ਹਨ। ਕਰ ਪਰ ਧਰ ਕਰ ਅਗਰ ਦਿਖਾਈ। ਇਹਨਾਂ ਨੇ ਭੇਟਾ ਕੀ ਲਿਆਂਦੀ? ਇੱਕ ਲੁੰਗੀ ਅਤੇ ਖੇਸ ਇਹ ਲੈ ਕੇ ਸਤਿਗੁਰਾਂ ਦੇ ਪਾਸ ਪਹੁੰਚੇ ਔਰ ਸਤਿਗੁਰੂ ਮਹਾਰਾਜ ਜੀਆਂ ਨੂੰ ਇਹ ਆਪਣੀ ਭੇਟਾ ਹੱਥਾਂ ਤੇ ਰੱਖ ਕੇ ਸਾਹਮਣੇ ਦਿਖਾ ਦਿੰਦੇ ਹਨ। ਕੀਨ ਬੰਦਨਾ ਗਰੀਬ ਨਿਵਾਈ। ਔਰ ਆਪਣੀ ਭੇਟਾ ਅੱਗੇ ਰੱਖ ਕੇ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਤੇ ਮੱਥਾ ਟੇਕਦੇ ਹਨ। ਇਹ ਪ੍ਰਭ ਜੀ ਸਭ ਗ੍ਰਾਮ ਹਮਾਰੇ। ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜੋ ਸਾਡਾ ਨਗਰ ਵਸਿਆ ਹੋਇਆ ਹੈ, ਧੰਨ ਭਾਗ ਭੇ ਦਰਸ ਨਿਹਾਰੇ। ਸਾਰੇ ਨਗਰ ਦੇ ਬੜੇ ਧੰਨ ਭਾਗ ਹਨ ਕਿ ਆਪ ਜੀਆਂ ਨੇ ਇੱਥੇ ਆ ਕੇ ਚਰਨ ਪਾਏ, ਆਪ ਜੀਆਂ ਨੇ ਇੱਥੇ ਆ ਕੇ ਦਰਸ਼ਨ ਦਿੱਤੇ। ਪਿਖ ਲੁੰਗੀ ਸਤਿਗੁਰੂ ਉਠਾਈ। ਜੋ ਉਹ ਭੇਟਾ ਲੈ ਕੇ ਆਏ ਸੀ, ਆਪਣੇ ਇਲਾਕੇ ਦਾ ਭੇਸ਼ ਸੀ, ਜੋ ਲੁੰਗੀ ਆਦ ਪਹਿਨਦੇ ਸਨ, ਖੇਸ ਆਦ ਰੱਖਦੇ ਸਨ, ਉਹ ਭੇਟਾ ਇਹਨਾਂ ਦੀ ਲਿਆਂਦੀ ਹੋਈ ਗੁਰੂ ਮਹਾਰਾਜ ਜੀਆਂ ਨੇ ਉਠਾ ਕੇ ਦੇਖਣਾ ਕੀਤੀ। ਕੱਟ ਤਟ ਕੇ ਲਪੇਟ ਚੌਂਕਾਈ। ਉਹਨਾਂ ਦੀ ਭੇਟਾ ਦੇਖਣਾ ਕੀਤੀ ਤੇ ਸਤਿਗੁਰੂ ਮਹਾਰਾਜ ਜੀਆਂ ਨੇ ਖੜੇ ਹੋ ਕੇ ਇਹਨਾਂ ਦੀ ਲਿਆਂਦੀ ਹੋਈ ਲੁੰਗੀ ਉਹ ਆਪਣੇ ਲੱਕ ਦੇ ਆਲੇ ਦੁਆਲੇ ਬੰਨ੍ਹ ਲਈ ਹੈ। ਬਾਹਰ ਖੇਸ ਕੋ ਖੋਲ ਵਿਸਾਲੇ। ਫਿਰ ਜੋ ਖੇਸ ਲੈ ਕੇ ਆਏ ਸੀ ਇਸ ਨੂੰ ਵੀ ਖੋਲ ਕੇ ਦੇਖਣਾ ਕੀਤਾ। ਦਵੈ ਸਿਕੰਦ ਦਵੈ ਛੋਰਨ ਡਾਲੇ। ਇਹ ਜੋ ਖੇਸ ਸੀ ਇਸ ਨੂੰ ਵੀ ਆਪਣੇ ਮੋਢਿਆਂ ਦੇ ਉੱਪਰ ਉਸ ਤਰ੍ਹਾਂ ਰੱਖ ਲਿਆ ਜਿਸ ਤਰ੍ਹਾਂ ਇਹ ਇਲਾਕੇ ਦੇ ਲੋਕ
ਲੁੰਗੀ ਪਹਿਨ ਕੇ ਅਤੇ ਖੇਸ ਆਪਣੇ ਮੋਢਿਆਂ ਤੇ ਰੱਖਦੇ ਸਨ। ਵੇਸ ਬਨਾਏ ਵੇਸ਼ ਤਿਸ ਦੇਸ਼, ਉਸੇ ਦੇਸ਼ ਦਾ ਭੇਸ ਗੁਰੂ ਮਹਾਰਾਜ ਜੀਆਂ ਨੇ ਬਣਾ ਲਿਆ ਹੈ। ਖਰੇ ਭਏ ਗੁਰ ਫੱਬੇ ਵਿਸ਼ੇਸ਼, ਔਰ ਇਸ ਭੇਸ਼ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਬੜੇ ਫੱਬਦੇ ਹਨ, ਬੜੇ ਸੁੰਦਰ ਲੱਗਦੇ ਹਨ, ਕਿਉਂਕਿ ਹੀਰਾ ਜਿਸ ਸਥਾਨ ਤੇ ਵੀ ਰੱਖਿਆ ਜਾਵੇ ਉਸ ਦੀ ਚਮਕ ਦਮਕ ਉਸੇ ਤਰ੍ਹਾਂ ਹੀ ਰਹਿੰਦੀ ਹੈ। ਗੁਰੂ ਮਹਾਰਾਜ ਜੀਆਂ ਨੇ ਕਿਤੇ ਉੱਚ ਦੇ ਪੀਰ ਦਾ ਭੇਸ ਬਣਾਇਆ ਤੇ ਉਸ ਭੇਸ ਦੇ ਵਿੱਚ ਵੀ ਬੜੇ ਸੋਭਨੀਕ ਹੋਏ। ਤਾਂ ਇੱਥੇ ਇਸ ਦੇਸ਼ ਦਾ ਜੋ ਭੇਸ ਸੀ ਇਸੇ ਤਰ੍ਹਾਂ ਭੇਸ ਬਣਾ ਕੇ ਸਤਿਗੁਰੂ ਖੜੇ ਹਨ ਅਤੇ ਬੜੀ ਸ਼ੋਭਾ ਪਾਉਂਦੇ ਹਨ। ਮਾਨ ਸਿੰਘ ਸ੍ਰੀ ਪ੍ਰਭ ਸੰਨ ਭਨਿਓ, ਤਾਂ ਗੁਰੂ ਮਹਾਰਾਜ ਜੀਆਂ ਦੇ ਪਾਸ ਖੜੇ ਹੋਏ ਭਾਈ ਮਾਨ ਸਿੰਘ ਜੀ ਉਹ ਸਤਿਗੁਰੂ ਮਹਾਰਾਜ ਜੀਆਂ ਨੂੰ ਕਹਿੰਦੇ ਹਨ, ਇਹ ਤਨਖਾਹ ਉਚਿਤ ਕ੍ਰਿਤ ਜਨਿਓ। ਅਰ ਸਤਿਗੁਰਾਂ ਦੇ ਪਾਸ ਬੇਨਤੀ ਕਰਦੇ ਹਨ, ਮਹਾਰਾਜ ਇਹ ਤੇ ਕ੍ਰਿਤ ਤੁਸੀਂ ਤਨਖਾਹ ਦੇ ਉਚਿਤ ਕਰ ਦਿੱਤੀ, ਤਨਖਾਹ ਦੇ ਯੋਗ ਕਰ ਦਿੱਤੀ ਕਿ ਇਸ ਤਰ੍ਹਾਂ ਆਪਣੇ ਸਰੀਰ ਦੇ ਉੱਪਰ ਲੁੰਗੀ ਪਹਿਨਣੀ, ਖੇਸ ਆਦਿ ਰੱਖ ਕੇ। ਤਾਂ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਜਦ ਇਸ ਤਰ੍ਹਾਂ ਦੇ ਬਚਨ ਕਹੇ, ਮੁਸਕਾਵਤ ਮੁਖ ਸ੍ਰੀ ਪ੍ਰਭ ਭਨੈ, ਤਾਂ ਭਾਈ ਮਾਨ ਸਿੰਘ ਜੀਆਂ ਦੇ ਬਚਨ ਸੁਣ ਕੇ ਮੁਸਕਰਾਉਂਦੇ ਹੋਏ ਸਤਿਗੁਰੂ ਕਹਿਣ ਲੱਗੇ, ਨਿਤ ਹੈ ਸੁਚੇਤ ਖਾਲਸਾ ਬਨੈ, ਕਿ ਹੁਣ ਖਾਲਸਾ ਨਿਤ ਹੀ ਸੁਚੇਤ ਹੋ ਕੇ ਰਹਿੰਦਾ ਹੈ ਅਤੇ ਅੱਗੇ ਨੂੰ ਸੁਚੇਤ ਹੋ ਕੇ ਹੀ ਰਹੇਗਾ। ਪੁੰਨ ਗੁਰ ਕਹਿਓ ਦੇਸ਼ ਤਸ ਭੇਸ, ਫਿਰ ਸਤਿਗੁਰੂ ਕਹਿਣ ਲੱਗੇ, ਜੈਸਾ ਦੇਸ਼ ਵੈਸਾ ਭੇਸ, ਕਿ ਜਿਸ ਤਰ੍ਹਾਂ ਦਾ ਇਹ ਇਲਾਕਾ ਉਸੇ ਤਰ੍ਹਾਂ ਦਾ ਭੇਸ ਹੈ। ਲੁੰਗੀ ਤੇੜ ਸੋ ਮੋਢੇ ਖੇਸ, ਅਰੇ ਆਪਣੇ ਲੱਕ ਦੇ ਨਾਲ ਲੁੰਗੀ ਬੰਨੀ, ਮੋਢੇ ਦੇ ਉੱਪਰ ਖੇਸ ਰੱਖਿਆ ਹੋਇਆ ਹੈ। ਹੇਰ ਹਰੀ ਕੇ ਰਾਹਕ ਦਿਸ਼ਕੋ, ਫਿਰ ਸਤਿਗੁਰੂ ਮਹਾਰਾਜ ਜੀਆਂ ਨੇ ਇਹ ਹਰੀ ਕੇ ਜੋ ਰਾਹਕ, ਹਰੀ ਕੇ ਜ਼ਿਮੀਂਦਾਰ ਆਏ ਸਨ, ਇਹਨਾਂ ਦੇ ਵੱਲ ਦੇਖ ਕੇ ਬਚਨ ਕੀਤਾ, ਕੀਨ ਉਚਾਰਨ ਆਇਸ ਅਸਕੋ, ਇਹਨਾਂ ਦੇ ਵੱਲ ਦੇਖ ਕੇ ਸਤਿਗੁਰੂ ਮਹਾਰਾਜ ਜੀਆਂ ਨੇ ਹੁਕਮ ਕੀਤਾ, ਨਿਸ ਮਹਿ ਚੌਹ ਦਿਸ਼ ਰਹਿ ਹੋ ਹਮਾਰੇ। ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਤੁਸੀਂ ਇਹ ਸੇਵਾ ਕਰਨੀ ਹੈ ਕਿ ਰਾਤ ਦੇ ਸਮੇਂ ਸਾਡੇ ਡੇਰੇ ਦੇ ਪਾਸ, ਸਾਡੇ ਪਾਸ ਹੀ ਰਹਿਣਾ ਹੈ। ਜਾਗਰਤ ਵਿੱਚ ਰਹੋ ਹੋਤ ਸਕਾਰੇ, ਔਰ ਇਸੇ ਸਥਾਨ ਤੇ ਜਾਗਦੇ ਰਹਿਣਾ ਹੈ ਤੇ ਪਹਿਰਾ ਦੇਣਾ ਹੈ। ਸਾਵਧਾਨ ਬਨ ਸ਼ਸਤਰਨ ਧਾਰੀ, ਸ਼ਸਤਰ ਧਾਰਨ ਕਰਕੇ ਸਾਵਧਾਨ ਹੋ ਕੇ ਸਾਡੇ ਡੇਰੇ ਦੀ ਰਾਖੀ ਕਰਨੀ ਹੈ। ਰਾਤ ਦੇ ਸਮੇਂ ਤੁਸੀਂ ਪਹਿਰਾ ਦੇਣਾ ਹੈ। ਪਹਿਰਾ ਦੀਜੈ ਜਾਮਨ ਸਾਰੀ, ਸਾਰੀ ਰਾਤ ਇਸ ਸਥਾਨ ਤੇ ਤੁਸੀਂ ਪਹਿਰਾ ਦੇਣਾ ਹੈ। ਇਹ ਤੁਹਾਡੇ ਲਾਇਕ ਸੇਵਾ ਹੈ। ਮਤ ਹਰੀ ਕੇ ਸੁਨਤ ਬਖਾਨੈ, ਤਾਂ ਉਹ ਹਰੀ ਕੇ ਸੁਣ ਕੇ ਆਪਣੇ ਵੱਲੋਂ ਕਹਿਣ ਲੱਗੇ, ਇਹਾਂ ਨਾ ਹਮ ਕਿਸ ਤੇ ਡਰ ਮਾਨੈ। ਕਿ ਸੱਚੇ ਪਾਤਸ਼ਾਹ ਅਸੀਂ ਇਸ ਸਥਾਨ ਤੇ ਨਿਧੜਕ ਹੋ ਕੇ ਰਹਿੰਦੇ ਹਾਂ, ਸਾਨੂੰ ਇਸ ਸਥਾਨ ਤੇ ਕਿਸੇ ਦਾ ਵੀ ਭੈ, ਕਿਸੇ ਦਾ ਵੀ ਡਰ ਨਹੀਂ ਹੈ। ਤੁਮ ਭੀ ਨਹਿ ਕੀਜੋ ਚਿਤ ਸ਼ੰਕਾ, ਤੇ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਸਾਨੂੰ ਇਸ ਸਥਾਨ ਤੇ ਕਿਸੇ ਦਾ ਭੈ ਨਹੀਂ ਹੈ, ਡਰ ਨਹੀਂ ਹੈ, ਤੁਸੀਂ ਵੀ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਨਾ ਕਰੋ। ਸੁਪਤੋ ਨਿਸ ਮਹਿ ਹੀਨ ਅਤੰਕਾ, ਤੁਸੀਂ ਵੀ ਰਾਤ ਦੇ ਸਮੇਂ ਕਿਸੇ ਭੈ ਤੋਂ ਰਹਿਤ ਹੋ ਕੇ ਹਰ ਸੁੱਖਾਂ ਦੀ ਰਾਤ ਬਤੀਤ ਕਰਨਾ ਕਰੋ। ਪੁੰਨ ਗੁਰ ਬੋਲੇ ਕਾਰ ਜ਼ਰੂਰ, ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਈ ਉਹ ਤੇ ਗੱਲ ਤੁਹਾਡੀ ਠੀਕ ਹੈ, ਪਰ ਰਾਤ ਨੂੰ ਪਹਿਰਾ ਦੇਣਾ ਇਹ ਕੰਮ ਜ਼ਰੂਰ ਕਰਨਾ ਹੈ। ਪਹਿਰਾ ਦੈਬੋ ਬਨਹਿ ਹਜ਼ੂਰ, ਔਰ ਤੁਹਾਡੇ ਲਈ ਇਹ ਕਿਰਤ ਜ਼ਰੂਰ ਕਰਨੀ ਬਣਦੀ ਹੈ ਕਿ ਰਾਤ ਨੂੰ ਇਸ ਸਥਾਨ ਤੇ ਪਹਿਰਾ ਦੇਣਾ ਹੈ। ਮੂਡਨ ਬਹੁਰ ਨ ਮਾਨਿਓ ਬੈਨ, ਤਾਂ ਜਦ ਉਹਨਾਂ ਨੇ ਇਸ ਤਰ੍ਹਾਂ ਆਪਣੀ ਹੀ ਮੱਤ ਅੱਗੇ ਰੱਖ ਕੇ ਗੁਰੂ ਮਹਾਰਾਜ ਜੀਆਂ ਨੂੰ ਇਸੇ ਤਰ੍ਹਾਂ ਦਾ ਜਵਾਬ ਦੇ ਦਿੱਤਾ ਅਰੇ ਆਪਣੇ ਵੱਲੋਂ ਹੋਰ ਬਚਨ ਵਿਲਾਸ ਸੁਣਾਉਣਾ ਕੀਤੇ, ਤਾਂ ਕਵੀ ਜੀ ਕਹਿੰਦੇ ਇਹਨਾਂ ਮੂਰਖਾਂ ਨੇ
ਦੁਆਰਾ ਫਿਰ ਗੁਰੂ ਮਹਾਰਾਜ ਜੀਆਂ ਦਾ ਬਚਨ ਟਾਲ ਦਿੱਤਾ। ਹਮਰੇ ਗ੍ਰਾਮ ਤਰਾਸ ਕਿਸ ਹੈ ਨਾ। ਫਿਰ ਕਹਿਣ ਲੱਗੇ ਸੱਚੇ ਪਾਤਸ਼ਾਹ, ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਦਾ ਵੀ ਕੋਈ ਭੈ ਡਰ ਨਹੀਂ ਹੈ। ਸੁਪਤ ਜਥਾ ਸੁਖ ਰਾਤ ਬਿਤਾਵਹੁ। ਇੱਥੇ ਤੇ ਤੁਸੀਂ ਸੁੱਖਾਂ ਦੀ ਰਾਤ ਬਤੀਤ ਕਰੋ। ਨਾਹਿਨ ਕੋ ਸ਼ੰਕਾ ਮਨ ਲਿਆਵਹੁ। ਫਿਰ ਬਾਰ-ਬਾਰ ਆਪਣੇ ਵੱਲੋਂ ਐਸੀਆਂ ਗੱਲਾਂ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ, ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਨਾ ਲਿਆਵੋ। ਇਸ ਸਥਾਨ ਤੇ ਪਹਿਰਾ ਆਦਿ ਦੇਣ ਦੀ ਕੋਈ ਲੋੜ ਨਹੀਂ ਹੈ। ਜੇ ਚਾਕਰ ਬੈਰਾੜ ਕਨੇਰੇ। ਫਿਰ ਜਿੰਨੇ ਕੁ ਚਾਕਰ ਬੈਰਾੜ ਸਿੰਘ ਉਹ ਗੁਰੂ ਮਹਾਰਾਜਿਆਂ ਦੇ ਨਾਲ ਸਨ, ਰਾਠ ਧਾੜਵੀ ਸਮ ਹਮ ਹੇਰੇ। ਤਾਂ ਗੁਰੂ ਮਹਾਰਾਜਿਆਂ ਨੇ ਉਹਨਾਂ ਦੀ ਬਾਬਤ ਬਚਨ ਬਿਲਾਸ ਦੱਸਣਾ ਕੀਤੇ। ਪ੍ਰੇਮ ਨਾ ਮਨ ਮਹਿ ਭੈ ਨਹਿ ਮਾਨੈ। ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਬਈ ਦੇਖੋ, ਪਹਿਲਾਂ ਵੀ ਜੰਗਾਂ ਯੁੱਧਾਂ ਦੇ ਸਮੇਂ 'ਚੋਂ ਆਏ ਹਾਂ, ਇਹ ਸਾਡੇ ਪਾਸ ਪਹਿਰਾ ਰੱਖਦੇ ਹਨ, ਪਰ ਅੱਜ ਅਸੀਂ ਤੁਹਾਡੀ ਡਿਊਟੀ ਲਾਉਂਦੇ ਹਾਂ ਕਿ ਤੁਸੀਂ ਸਾਡੇ ਡੇਰੇ ਦਾ ਪਹਿਰਾ ਰੱਖਣਾ ਹੈ। ਆਪਣੀ ਇੱਛਾ ਕਾਰਜ ਠਾਨੈ। ਤਾਂ ਗੁਰੂ ਮਹਾਰਾਜ ਜੀ ਆਪਣੀ ਇੱਛਾ ਦੇ ਮੁਤਾਬਕ ਜੋ ਕਿਰਤ ਕਾਰਜ ਕਰਦੇ ਹਨ ਉਹ ਇਹਨਾਂ ਦੇ ਪਾਸ ਦੱਸ ਰਹੇ ਹਨ। ਸੁਨਤ ਹਰੀ ਕੇ ਗੁਰ ਕੀ ਬਾਤ। ਜਦ ਤੀਸਰੀ ਵਾਰ ਫਿਰ ਗੁਰੂ ਮਹਾਰਾਜ ਜੀਆਂ ਨੇ ਇਹਨਾਂ ਨੂੰ ਸਮਝਾ ਕੇ ਪਹਿਰਾ ਲਾਉਣ ਦੀ ਬਾਬਤ ਬਚਨ ਕਰ ਦਿੱਤਾ। ਮਾਨੀ ਪਹਿਰਾ ਦੇ ਹਮ ਰਾਤ। ਤਾਂ ਇਹਨਾਂ ਨੇ ਤੀਸਰੀ ਵਾਰ ਕਹਿਣ ਤੇ ਜਾਣੇ ਤੀਸਰਾ ਬਚਨ ਤੇ ਮੰਨ ਲਿਆ। ਇਹ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ, ਜੇਕਰ ਆਪ ਜੀਆਂ ਦਾ ਜ਼ਿਆਦਾ ਹੀ ਖਿਆਲ ਹੈ ਤਾਂ ਅਸੀਂ ਇਸ ਸਥਾਨ ਤੇ ਪਹਿਰਾ ਲਗਾ ਦੇਵਾਂਗੇ। ਮਸਤਕ ਟੇਕ ਗਏ ਨਿਜ ਡੇਰੇ। ਫਿਰ ਗੁਰੂ ਮਹਾਰਾਜ ਜੀਆਂ ਦੇ ਨਾਲ ਹੋਰ ਬਚਨ ਬਿਲਾਸ ਕਰਕੇ ਇਹ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਤੇ ਮੱਥਾ ਟੇਕ ਕੇ ਆਪਣੇ ਡੇਰੇ ਨੂੰ, ਆਪਣੇ ਸਥਾਨ ਨੂੰ ਵਾਪਸ ਚਲੇ ਗਏ ਹਨ। ਡੋਗਰ ਦਾਸ ਹੁਤੇ ਤਿਨ ਕੇਰੇ। ਇਹ ਜੋ ਹਰੀ ਕੇ ਰਾਹਕ ਸਨ ਨਾ, ਇਹਨਾਂ ਦੇ ਦਾਸ ਸਨ, ਨੌਕਰ ਸਨ ਡੋਗਰ। ਉਹ ਡੋਗਰ ਇਹਨਾਂ ਦੇ ਨੌਕਰ ਸਨ। ਉਹਨਾਂ ਦੇ ਪਾਸ ਸਾਰੀ ਗੱਲਬਾਤ ਪਹਿਰਾ ਦੇਣ ਵਾਲੀ ਦੱਸ ਦਿੱਤੀ ਹੈ। ਤਿਨ ਕੇ ਸਾਥ ਸੋ ਗਿਰਾ ਉਚਾਰੀ। ਉਹਨੇ ਆਪਣੇ ਦਾਸਾਂ ਨੂੰ, ਨੌਕਰਾਂ ਨੂੰ ਇਹ ਕਹਿਣ ਲੱਗੇ, ਗੁਰ ਢਿਗ ਪਹੁੰਚੋ ਨਿਜ ਨਿਜ ਵਾਰੀ। ਉਹ ਕਹਿਣ ਲੱਗੇ ਕਿ ਭਾਈ, ਤੁਸੀਂ ਆਪੋ ਆਪਣੀ ਬਾਰੀ ਦੇ ਅਨੁਸਾਰ ਗੁਰੂ ਮਹਾਰਾਜ ਜੀਆਂ ਦੇ ਪਾਸ ਪਹੁੰਚਣਾ ਹੈ। ਨਗਰ ਤੋਂ ਬਾਰ-ਬਾਰ ਜਿੱਥੇ ਗੁਰੂ ਮਹਾਰਾਜ ਜੀਆਂ ਦਾ ਡੇਰਾ ਲੱਗਿਆ ਹੋਇਆ ਹੈ ਉੱਥੇ ਪਹੁੰਚਣਾ ਹੈ ਤੇ ਰਾਤ ਦੇ ਸਮੇਂ ਪਹਿਰਾ ਦੇਣਾ ਹੈ। ਪਹਿਰਾ ਦੀਜੈ ਜਾਗਰਤ ਰਹੀ ਹੈ। ਤੁਸੀਂ ਹੁਣ ਸਾਰੀ ਰਾਤ ਜਾਗਦੇ ਰਹਿਣਾ ਹੈ। ਇਕੱਠਿਆਂ ਹੋ ਕੇ ਗੁਰੂ ਮਹਾਰਾਜ ਜੀਆਂ ਨੇ ਇਹ ਬਚਨ ਕੀਤਾ ਹੈ ਕਿ ਇੱਥੇ ਪਹਿਰਾ ਦੇਣਾ, ਪਹਿਰਾ ਲਗਾਉਣਾ ਜ਼ਰੂਰੀ ਹੈ। ਉਹ ਗੁਰੂ ਮਹਾਰਾਜ ਜੀ ਕੋਈ ਨਾ ਕੋਈ ਇਹਨਾਂ ਤੇ ਕਿਰਪਾ ਕਰਨੀ ਚਾਹੁੰਦੇ ਸਨ, ਤਾਂ ਤੇ ਇਹਨਾਂ ਦੇ ਮਨ ਦਾ ਖਿਆਲ ਦੇਖਦੇ ਸਨ ਕਿ ਕਿਸ ਭਾਵਨਾ ਦੇ ਨਾਲ ਇਹ ਸੇਵਾ ਕਰਨਗੇ। ਔਰ ਜੇਕਰ ਇਹਨਾਂ ਦਾ ਗੁਰੂ ਮਹਾਰਾਜ ਜੀ ਦੇ ਖਿਆਲ ਦੇ ਮੁਤਾਬਕ ਇਹ ਆਪਣੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨਗੇ ਤਾਂ ਇਹਨਾਂ ਨੂੰ ਕੋਈ ਨਾ ਕੋਈ ਬਖਸ਼ਿਸ਼ ਗੁਰੂ ਮਹਾਰਾਜ ਜੀ ਦੇਣਾ ਚਾਹੁੰਦੇ ਸਨ। ਤਦੇ ਤੇ ਵਾਰ-ਵਾਰ ਇਹਨਾਂ ਨੂੰ ਇਸ ਤਰ੍ਹਾਂ ਦੇ ਬਚਨ ਕਰ ਰਹੇ ਸਨ। ਤਾਂ ਇਹਨਾਂ ਹਰੀਕਿਆਂ ਨੇ ਸਾਰੇ ਬਚਨ ਵਿਲਾਸ ਗੁਰੂ ਮਹਾਰਾਜ ਜੀਆਂ ਦੇ ਨਾਲ ਹੋਏ ਉਹ ਡੋਗਰਾਂ ਨੂੰ ਦੱਸ ਦਿੱਤੇ ਅਤੇ ਇਹ ਹੁਕਮ ਕਰ ਦਿੱਤਾ ਕਿ ਤੁਸੀਂ ਸਤਿਗੁਰਾਂ ਦੇ ਪਾਸ ਜਾ ਕੇ ਰਾਤ ਦੇ ਸਮੇਂ ਪਹਿਰਾ ਲਗਾ ਦੇਣਾ ਹੈ। ਸਗਰੀ ਨਿਸ ਨਹਿ ਨਿੰਦਰਾ ਲਹੀ ਹੈ। ਫਿਰ ਇਹ ਗੱਲ ਯਾਦ ਰੱਖਣੀ ਹੈ ਕਿ ਸਾਰੀ ਰਾਤ ਕਿਸੇ ਨੇ ਵੀ ਸੌਣਾ ਨਹੀਂ ਹੈ। ਜਾਗਦੇ ਰਹਿ ਕੇ ਸ਼ਸਤਰ ਧਾਰਨ ਕਰਕੇ, ਸ਼ਸਤਰ ਕਿਰਪਾਨਾਂ ਆਦਿ ਆਪਣੇ ਹੱਥ ਦੇ ਵਿੱਚ ਪਕੜ ਕੇ ਔਰ ਬੜੀ ਸਾਵਧਾਨੀ ਦੇ ਨਾਲ ਪਹਿਰਾ ਲਗਾ ਦੇਣਾ ਹੈ। ਸਤਿਗੁਰ ਕਰ ਕੈ ਖਾਨ ਰੋਪਾਨ। ਫਿਰ ਇੱਧਰ ਰਾਤ ਦੇ ਸਮੇਂ ਗੁਰੂ ਮਹਾਰਾਜ ਜੀਆਂ ਨੇ ਭੋਜਨ ਪਾਣੀ ਛਕਿਆ, ਪ੍ਰਸ਼ਾਦਾ ਪਾਣੀ ਆਦਿ ਛਕ ਲੈਂਦੇ ਹਨ। ਸਗਲ ਸਿੰਘ ਸੁਪਤੇ ਸੁਖ ਠਾਨ। ਗੁਰੂ ਮਹਾਰਾਜ ਜੀਆਂ ਦੇ ਸਾਰੇ ਸੇਵਾਦਾਰ ਯੋਧੇ ਸੂਰਮੇ
ਪ੍ਰਸ਼ਾਦਾ ਪਾਣੀ ਆਦਿ ਛਕ ਕੇ ਆਰਾਮ ਬਸ ਹੁੰਦੇ ਹਨ। ਡੋਗਰ ਆਏ ਗੁਰੂ ਟਿਗ ਠਹਿਰੇ। ਇਹ ਜੋ ਹਰੀਕਿਆਂ ਨੇ ਭੇਜੇ ਸਨ, ਇਹ ਡੋਗਰ ਇਕੱਠੇ ਹੋ ਕੇ ਸ਼ਸਤਰ ਵਸਤਰ ਪਹਿਨ ਕੇ ਔਰ ਗੁਰੂ ਮਹਾਰਾਜ ਜੀਆਂ ਦੇ ਪਾਸ ਆ ਹਾਜ਼ਰ ਹੁੰਦੇ ਹਨ। ਚੌਹਾਂ ਦਿਸ਼ ਖਰੇ ਭਏ ਹਿਤ ਪਹਿਰੇ। ਤਾਂ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਤੇ ਆ ਕੇ ਸਾਰਿਆਂ ਨੇ ਬਾਰੋ ਬਾਰੀ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਪਹਿਰਾ ਦੇਣ ਦੇ ਵਾਸਤੇ ਹਾਜ਼ਰ ਹੋਏ ਹਾਂ ਔਰ ਆਪਣੇ ਪਾਸ ਸ਼ਸਤਰ ਇਹ ਵੀ ਲੈ ਕੇ ਆਏ ਹਾਂ। ਜਿਸ ਤਰ੍ਹਾਂ ਆਪ ਜੀਆਂ ਦਾ ਹੁਕਮ ਸੀ, ਅਸੀਂ ਆਪ ਜੀਆਂ ਦੇ ਚਰਨਾਂ ਦੇ ਵਿੱਚ ਆ ਹਾਜ਼ਰ ਹੋਏ ਹਾਂ। ਪਹਿਰ ਜਾਮਨੀ ਬੀਤੀ ਜਬੈ। ਤਾਂ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਇਹ ਸਤਿਗੁਰਾਂ ਦੇ ਡੇਰੇ ਦੇ ਆਸੇ ਪਾਸੇ ਇੱਧਰ ਉੱਧਰ ਚਾਰੇ ਪਾਸੇ ਪਹਿਰੇ ਤੇ ਖੜ ਜਾਂਦੇ ਹਨ। ਪਹਿਰੇ ਤੇ ਖੜੇ ਜਦ ਇਸੇ ਤਰ੍ਹਾਂ ਪਹਿਰਾ ਦਿੰਦਿਆਂ ਹੋਇਆ ਔਰ ਇੱਕ ਪਹਿਰ ਰਾਤ ਬਤੀਤ ਹੋ ਜਾਂਦੀ ਹੈ। ਸ਼੍ਰੀ ਮੁਖ ਤੇ ਉੱਚੇ ਕਹਿਤ ਬੈ। ਜਦ ਇੱਕ ਪਹਿਰ ਰਾਤ ਬਤੀਤ ਹੋ ਗਈ, ਗੁਰੂ ਕੇ ਯੋਧੇ ਸੂਰਮੇ ਉਹ ਸਾਰੇ ਆਰਾਮ ਬਸ ਹੋ ਜਾਂਦੇ ਹਨ। ਡੋਗਰ ਪਹਿਰੇ ਤੇ ਖੜੇ ਹਨ ਤਾਂ ਸਤਿਗੁਰੂ ਮਹਾਰਾਜ ਉੱਚੀ ਆਵਾਜ਼ ਦੇ ਨਾਲ ਕਹਿੰਦੇ ਹਨ, ਖਰੋ ਹਰੀ ਕਾ ਜਾਗਰਤ ਕੋਈ। ਸਤਿਗੁਰੂ ਉੱਚੀ ਆਵਾਜ਼ ਦੇ ਨਾਲ ਕਹਿੰਦੇ ਹਨ ਕਿ ਭਾਈ ਹਰੀਕਿਆਂ ਦਾ ਕੋਈ ਪਹਿਰੇ ਦੇ ਉੱਪਰ ਜਾਗਦਾ ਖੜਾ ਹੈ ਜਾਂ ਨਹੀਂ ਹੈ। ਪਹਿਰਾ ਦੇਨ ਆਏ ਕੇ ਨਾ ਕੋਈ। ਹਰੀਕਿਆਂ ਦੇ ਵਿੱਚੋਂ ਕੋਈ ਪਹਿਰਾ ਦੇਣ ਦੇ ਵਾਸਤੇ ਆਇਆ ਹੈ ਜਾਂ ਨਹੀਂ ਆਇਆ ਹੈ। ਕਹਿਤ ਭਏ ਹਮ ਡੋਗਰ ਆਏ। ਤੇ ਉਹ ਜੋ ਪਹਿਰੇ ਤੇ ਖੜੇ ਸਨ ਉਹ ਅੱਗੇ ਹੋ ਕੇ ਸਤਿਗੁਰਾਂ ਦੇ ਪਾਸ ਬੇਨਤੀ ਕਰਦੇ ਹਨ, ਸੱਚੇ ਪਾਤਸ਼ਾਹ ਅਸੀਂ ਡੋਗਰ ਪਹਿਰੇ ਤੇ ਖੜੇ ਹੋਏ ਹਾਂ। ਹਿਤ ਪਹਿਰੇ ਕੇ ਤਿਨਹੋਂ ਪਠਾਏ। ਹਰੀਕਿਆਂ ਨੇ ਸਾਨੂੰ ਪਹਿਰੇ ਦੇ ਵਾਸਤੇ ਭੇਜਿਆ ਹੋਇਆ ਹੈ, ਅਸੀਂ ਪਹਿਰੇ ਦੇ ਉੱਪਰ ਸਾਵਧਾਨ ਖੜੇ ਹਾਂ। ਸਭ ਜਾਗਰਤ ਹੈ ਬਨ ਸਵਧਾਨ। ਅਸੀਂ ਸਾਰੇ ਦੇ ਸਾਰੇ ਸਾਵਧਾਨ ਹੋ ਕੇ ਪਹਿਰਾ ਦੇ ਰਹੇ ਹਾਂ, ਜਾਗਦੇ ਹਾਂ। ਸੁਪਤੋ ਆਪ ਗੁਰੂ ਭਗਵਾਨ। ਫਿਰ ਇਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਪਹਿਰੇ ਤੇ ਖੜੇ ਹਾਂ ਔਰ ਆਪ ਜੀ ਬੜੇ ਸੁੱਖਾਂ ਦੀ ਨੀਂਦ ਸੌਣਾ ਕਰੋ। ਬਖਸ਼ਿਸ਼ ਕਰਿਓ ਚਹਿਤ ਹੈ ਕੋਈ। ਫਿਰ ਗੁਰੂ ਮਹਾਰਾਜ ਜੀ ਤੇ ਆਪਣੇ ਪ੍ਰਸੰਨਤਾ ਦੇ ਵਿੱਚ ਆਏ ਹੋਏ, ਖੁਸ਼ੀ ਦੇ ਵਿੱਚ ਆਏ ਹੋਏ ਇਹ ਹਰੀਕਿਆਂ ਨੂੰ ਕੋਈ ਨਾ ਕੋਈ ਬਖਸ਼ਿਸ਼ ਕਰਨਾ ਚਾਹੁੰਦੇ ਸਨ। ਭਾਗ ਬਿਨਾ ਕਿਮ ਪ੍ਰਾਪਤ ਹੋਈ। ਪਰ ਭਾਗਾਂ ਤੋਂ ਬਿਨਾ ਐਡੀ ਵੱਡੀ ਦਾਤ ਜੋ ਗੁਰੂ ਮਹਾਰਾਜ ਪ੍ਰਸੰਨ ਹੋ ਕੇ ਦਾਤ ਬਖਸ਼ ਰਹੇ ਹਨ, ਚੰਗੇ ਭਾਗਾਂ ਤੋਂ ਬਿਨਾ ਉਹ ਕਿਵੇਂ ਮਿਲ ਸਕਦੀ ਸੀ, ਪ੍ਰਾਪਤ ਹੋ ਸਕਦੀ ਸੀ। ਹਰੀਕਿਆਂ ਦੇ ਵਾਸਤੇ ਹੀ ਵਾਰ-ਵਾਰ ਸਤਿਗੁਰੂ ਬਚਨ ਕਰਦੇ ਸਨ। ਜਦ ਪਹਿਰੇ ਦੀ ਬਾਬਤ ਪੁੱਛਿਆ ਤਦ ਫਿਰ ਹਰੀਕਿਆਂ ਦੀ ਬਾਬਤ ਹੀ ਪੁੱਛਿਆ, ਕੋਈ ਹਰੀਕਿਆਂ ਦੇ ਵਿੱਚੋਂ ਆਇਆ ਜਾਂ ਨਹੀਂ ਆਇਆ ਹੈ। ਤਾਂ ਗੁਰੂ ਮਹਾਰਾਜ ਜੀ ਕੋਈ ਬਖਸ਼ਿਸ਼ ਕਰਨਾ ਚਾਹੁੰਦੇ ਹਨ, ਪਰ ਜਿਨ੍ਹਾਂ ਦੇ ਭਾਗ ਹੀ ਮਾੜੇ ਹਨ, ਬਿਨ ਭਾਗਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਜਿਸ ਦੇ ਭਾਗਾਂ ਦੇ ਵਿੱਚ ਹੀ ਇਹ ਸੁੱਖ ਨਹੀਂ ਲਿਖਿਆ ਹੋਇਆ ਹੈ, ਇਹ ਦਾਤਾਂ ਨਹੀਂ ਲਿਖੀਆਂ ਹੋਈਆਂ ਹਨ, ਉਹਨਾਂ ਨੂੰ ਕਿਵੇਂ ਪ੍ਰਾਪਤ ਹੋ ਸਕਦੀਆਂ ਹਨ। ਆਦੀ ਰਾਤ ਬਿਤੀ ਜਬ ਜਾਨੀ। ਇੰਨੇ ਬਚਨ ਬਿਲਾਸ ਕਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਫਿਰ ਆਪਣੇ ਬਿਸਤਰ ਤੇ ਆਰਾਮ ਬਸ ਹੁੰਦੇ ਹਨ। ਉਹ ਸਾਰੇ ਦੇ ਸਾਰੇ ਪਹਿਰੇ ਤੇ ਖੜੇ ਹਨ। ਜਦ ਇੱਕ ਰਾਤ ਬਤੀਤ ਹੋਈ ਸੀ, ਇਹ ਬਚਨ ਹੋਏ। ਫਿਰ ਜਦ ਅੱਧੀ ਰਾਤ ਬਤੀਤ ਹੋ ਜਾਂਦੀ ਹੈ, ਉੱਚੀ ਧੁਨ ਤੇ ਪ੍ਰਭੂ ਬਖਾਨੀ। ਅੱਧੀ ਰਾਤ ਹੋਣ ਤੋਂ ਬਾਅਦ ਫਿਰ ਗੁਰੂ ਮਹਾਰਾਜ ਜੀਆਂ ਨੇ ਉੱਚੀ ਆਵਾਜ਼ ਦੇ ਨਾਲ ਪਹਿਲੇ ਦੀ ਤਰ੍ਹਾਂ ਹੀ ਪੁੱਛਣਾ ਕੀਤਾ, ਆਏ ਕਿ ਨਹੀਂ ਹਰੀ ਕਾ ਕੋਈ। ਉੱਚੀ ਆਵਾਜ਼ ਦੇ ਨਾਲ ਗੁਰੂ ਮਹਾਰਾਜ ਕਹਿਣ ਲੱਗੇ ਕਿ ਭਾਈ ਹਰੀਕਿਆਂ ਦੇ ਵਿੱਚੋਂ ਕੋਈ ਆਇਆ ਪਹੁੰਚਿਆ ਜਾਂ ਨਹੀਂ ਬੌੜਿਆ ਹੈ। ਹਿਤ ਸੋਜੀ ਲੈਬੇ ਇਤ ਸੋਈ। ਭਾਵੇਂ ਤੁਹਾਨੂੰ ਇਸ ਸਥਾਨ ਤੇ ਪਹਿਰੇ ਦੇ ਲਈ ਭੇਜ ਦਿੱਤਾ ਹੈ, ਪਰ ਉਹ ਇਸ ਪਹਿਰੇ ਦੀ ਖਬਰ ਲੈਣ ਦੇ ਵਾਸਤੇ ਹਰੀਕਿਆਂ ਦੇ ਵਿੱਚੋਂ ਕੋਈ ਆਇਆ ਹੈ ਜਾਂ ਨਹੀਂ ਆਇਆ ਹੈ। ਹਮ ਡੋਗਰ ਠਾਂਡੇ ਤਿੰਨ ਦਾਸ। ਉਹਨਾਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਡੋਗਰ ਉਹਨਾਂ ਦੇ ਨੌਕਰ
ਆਪ ਜੀਆਂ ਦੇ ਪਾਸ ਪਹਿਰੇ ਤੇ ਹਾਜ਼ਰ ਖੜੇ ਹਾਂ। ਪਹਿਰਾ ਦੇਤ ਜਾਗਤੇ ਪਾਸ, ਅਰ ਬੜੀ ਸੁਚੇਤੀ ਦੇ ਨਾਲ ਜਾਗਦੇ ਹੋਏ ਪਹਿਰਾ ਦੇ ਰਹੇ ਹਾਂ। ਸੋ ਨਿਸ ਬਿਖੈ ਹੋਤ ਮਦ ਪਾਨੀ। ਫਿਰ ਇਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਉਹ ਤਾਂ ਸ਼ਰਾਬ ਕਬਾਬ ਖਾਣ ਪੀਣ ਵਾਲੇ ਬੰਦੇ ਹਨ, ਔਰ ਉਹ ਤੇ ਇਸ ਟਾਈਮ ਰਾਤ ਦੇ ਸਮੇਂ ਸ਼ਰਾਬਾਂ ਆਦਿ ਪੀ ਕੇ ਸੌਂ ਜਾਂਦੇ ਹਨ। ਸੁਪਤੇ ਸਦਨ ਬਿਖੈ ਸੁਖ ਠਾਨੀ। ਉਹ ਤੇ ਖਾ ਪੀ ਕੇ ਇਸ ਤਰ੍ਹਾਂ ਔਰ ਮਸਤ ਹੋ ਕੇ ਰਾਤ ਦੇ ਸਮੇਂ ਹੁਣ ਲੰਮੀਆਂ ਤਾਣ ਕੇ ਸੁੱਤੇ ਹਨ। ਦਾਸ ਤਿਨਹੁ ਕੇ ਤਥਾ ਤੁਮਾਰੇ। ਫਿਰ ਦੂਸਰੀ ਗੱਲ ਇਹ ਹੈ ਕਿ ਅਸੀਂ ਪਹਿਰੇ ਤੇ ਹਾਜ਼ਰ ਖੜੇ ਹਾਂ। ਜਿਸ ਤਰ੍ਹਾਂ ਉਹਨਾਂ ਦੇ ਨੌਕਰ ਹਨ, ਅਸੀਂ ਉਹਨਾਂ ਦੇ ਸੇਵਕ ਹਾਂ, ਉਹਨਾਂ ਦੇ ਦਾਸ ਹਾਂ। ਸੱਚੇ ਪਾਤਸ਼ਾਹ ਉਸੇ ਤਰ੍ਹਾਂ ਆਪ ਦੇ ਵੀ ਅਸੀਂ ਦਾਸ ਹਾਂ। ਹਮ ਸਵਧਾਨ ਖਰੇ ਅਬ ਸਾਰੇ। ਅਸੀਂ ਸਾਰੇ ਦੇ ਸਾਰੇ ਪਹਿਰੇ ਤੇ ਬੜੇ ਸਾਵਧਾਨ ਹੋ ਕੇ ਖੜੇ ਹਾਂ। ਪੁੰਨ ਤੁਸ਼ਨ ਹੋਏ ਰਾਤ ਬਿਤਾਈ। ਫਿਰ ਇਸੇ ਤਰ੍ਹਾਂ ਗੁਰੂ ਮਹਾਰਾਜ ਜੀਆਂ ਨੇ ਕੁਝ ਕੁ ਸਮਾਂ ਹੋਰ ਇਸੇ ਤਰ੍ਹਾਂ ਬਤੀਤ ਕੀਤਾ। ਜਾਮ ਰਹੀ ਜਬ ਕਹਿਓ ਗੁਸਾਈ। ਤਾਂ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਆਰਾਮ ਬਸ ਹੋਏ ਬਿਸਤਰ ਤੇ, ਤਾਂ ਉਧਰ ਇਹ ਸਾਰੇ ਦੇ ਸਾਰੇ ਪਹਿਰੇ ਤੇ ਗੁਰੂ ਮਹਾਰਾਜ ਜੀਆਂ ਦੇ ਡੇਰੇ ਦੇ ਇੱਧਰ ਉੱਧਰ ਵਿਚਰਦੇ ਹਨ, ਇੱਧਰ ਉੱਧਰ ਫਿਰਦੇ ਹਨ। ਡੇਰੇ ਦੇ ਅੰਦਰ ਵੀ ਖਬਰ ਰੱਖਦੇ ਹਨ, ਬਾਹਰ ਵੀ ਧਿਆਨ ਰੱਖਦੇ ਹਨ। ਹੱਥਾਂ ਦੇ ਵਿੱਚ ਇਹਨਾਂ ਨੇ ਕਿਰਪਾਨਾਂ ਆਦਿ ਸ਼ਸਤਰ ਹੋਰ ਫੜੇ ਹੋਏ ਹਨ। ਤਾਂ ਇਸੇ ਤਰ੍ਹਾਂ ਜਦ ਅੱਧੀ ਰਾਤ ਬਤੀਤ ਹੋਣ ਤੋਂ ਬਾਅਦ ਜਦ ਹੋਰ ਸਮਾਂ ਬਤੀਤ ਹੋਇਆ, ਇੱਕ ਪਹਿਰ ਰਾਤ ਬਾਕੀ ਰਹਿ ਜਾਂਦੀ ਹੈ। ਆਏ ਕੇ ਨਹੀਂ ਹਰੀ ਕਾ ਅਬੈ। ਤੀਸਰੀ ਵਾਰ ਫਿਰ ਗੁਰੂ ਮਹਾਰਾਜ ਜੀਆਂ ਨੇ ਉਹ ਪਹਿਲਾਂ ਦੀ ਤਰ੍ਹਾਂ ਹੀ ਬਚਨ ਉੱਚੀ ਆਵਾਜ਼ ਦੇ ਵਿੱਚ ਕੀਤਾ ਕਿ ਭਾਈ ਕੋਈ ਆਇਆ ਹੈ ਹਰੀ ਕਿਆਂ ਦਾ ਕਿ ਨਹੀਂ ਪਹੁੰਚਿਆ। ਲੈ ਬੇ ਹਿਤ ਪਹਿਰੇ ਸੁਧ ਸਬੈ। ਪਹਿਰੇ ਦੀ ਖਬਰ ਲੈਣ ਦੇ ਵਾਸਤੇ, ਸਾਰ ਲੈਣ ਦੇ ਵਾਸਤੇ ਕੋਈ ਹਰੀ ਕਿਆਂ ਦਾ ਬੌੜਿਆ ਹੈ ਜਾਂ ਨਹੀਂ, ਕਿਉਂਕਿ ਗੁਰੂ ਮਹਾਰਾਜ ਜੀਆਂ ਦੀ ਕੋਈ ਪ੍ਰਸੰਨਤਾ, ਕੋਈ ਮੌਜ ਹੀ ਐਸੀ ਸੀ ਕਿ ਜੋ ਇਸ ਨਗਰ ਦੇ ਲੋਕਾਂ ਨੂੰ ਕੋਈ ਨਾ ਕੋਈ ਬਖਸ਼ਿਸ਼ ਕਰਨਾ ਚਾਹੁੰਦੇ ਸਨ। ਕਿਉਂਕਿ ਗੁਰੂ ਮਹਾਰਾਜ ਜੀ ਜਦ ਨਥੇਹੇ ਪਿੰਡ ਦੇ ਵਿੱਚ ਪਹੁੰਚੇ ਸਨ ਨਾ, ਨਥੇਹੇ ਪਿੰਡ ਦੇ ਲੋਕਾਂ ਨੇ ਅੱਗੇ ਹੋ ਕੇ ਸਤਿਗੁਰਾਂ ਦੇ ਪਾਸ ਹੱਥ ਜੋੜ ਕੇ ਇਹ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਤੁਹਾਡਾ ਲੜਾਈ ਝਗੜਾ ਹੈ ਜੋ ਇਹ ਬਾਦਸ਼ਾਹੀ ਸੈਨਾ ਦੇ ਨਾਲ ਹੈ, ਬਾਦਸ਼ਾਹ ਦੇ ਨਾਲ ਹੈ। ਤੁਸੀਂ ਬੜੇ ਜੰਗ ਯੁੱਧ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਬਾਦਸ਼ਾਹੀ ਫੌਜਾਂ ਦਾ ਨਾਸ ਕੀਤਾ ਹੈ। ਅਸੀਂ ਬਾਦਸ਼ਾਹੀ ਬੰਦੇ ਹਾਂ, ਬਾਦਸ਼ਾਹ ਦੇ ਭੈ ਦੇ ਵਿੱਚ ਰਹਿਣ ਵਾਲੇ ਹਾਂ। ਤੁਸੀਂ ਸਾਡੇ ਪਿੰਡ ਦੇ ਵਿੱਚ ਡੇਰਾ ਨਾ ਲਾਵੋ ਤਾਂ ਕਿ ਕੋਈ ਸਾਨੂੰ ਨੌਬਤ ਨਾ ਆ ਖੜੀ ਹੋਵੇ। ਤੁਸੀਂ ਇਸ ਸਥਾਨ ਤੋਂ ਅੱਗੇ ਡੇਰਾ ਲਾ ਲਵੋ। ਨਥੇਹੇ ਪਿੰਡ ਦੇ ਲੋਕਾਂ ਨੇ ਇਸ ਤਰ੍ਹਾਂ ਦੇ ਬਚਨ ਵਿਲਾਸ ਕਹੇ ਸਨ। ਤਾਂ ਜਦ ਇਹ ਫਤਿਹ ਸੋਮ ਪਿੰਡ ਪਹੁੰਚੇ ਗੁਰੂ ਮਹਾਰਾਜ ਜੀ, ਤਾਂ ਇਹ ਨਥੇਹੇ ਪਿੰਡ ਦੇ ਉਲਟ ਗੱਲ ਹੋਈ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ। ਪਰ ਇਹ ਹਰੀਕਿਆਂ ਨੇ ਅੱਗੇ ਹੋ ਕੇ ਗੁਰੂ ਮਹਾਰਾਜ ਜੀਆਂ ਨੂੰ ਇਹ ਕਿਹਾ ਕਿ ਸੱਚੇ ਪਾਤਸ਼ਾਹ, ਤੁਸੀਂ ਇੱਥੇ ਚਰਨ ਪਾਏ ਔਰ ਇਸ ਸਥਾਨ 'ਤੇ ਆ ਕੇ ਦਰਸ਼ਨ ਕੀਤੇ, ਸਾਡਾ ਇਹ ਨਗਰ ਹੀ ਧੰਨਤਾ ਦੇ ਯੋਗ ਹੋ ਗਿਆ ਹੈ। ਸਾਡੇ ਧੰਨ ਭਾਗ ਹਨ ਕਿ ਤੁਹਾਡੇ ਦਰਸ਼ਨ ਹੋਏ, ਤੁਸੀਂ ਇੱਥੇ ਆ ਕੇ ਚਰਨ ਪਾਏ। ਇਸ ਤਰ੍ਹਾਂ ਦੇ ਬਚਨ ਵਿਲਾਸ ਸਨ। ਇਸੇ ਖੁਸ਼ੀ ਦੇ ਵਿੱਚ ਆਏ ਹੋਏ ਗੁਰੂ ਮਹਾਰਾਜ ਜੀ ਇਹਨਾਂ ਨੂੰ ਕੋਈ ਵੱਡੀ ਬਖਸ਼ਿਸ਼ ਕਰਨਾ ਚਾਹੁੰਦੇ ਸਨ। ਤੀਸਰੀ ਵਾਰ ਜਦ ਗੁਰੂ ਮਹਾਰਾਜ ਜੀਆਂ ਨੇ ਇਹਨਾਂ ਡੋਗਰਾਂ ਨੂੰ ਪੁੱਛਣਾ ਕੀਤਾ, ਸਤਿਗੁਰਾਂ ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਭਾਈ ਕੋਈ ਹਰੀਕਿਆਂ ਦਾ ਪਹੁੰਚਿਆ ਹੈ ਜਾਂ ਇਸ ਪਹਿਰੇ ਦੀ ਖਬਰ ਲੈਣ ਦੇ ਵਾਸਤੇ ਵੀ ਨਹੀਂ ਆਇਆ। ਪੁੰਨ ਡੋਗਰ ਬੋਲੇ ਹਮ ਇਹ। ਫਿਰ ਉਹ ਕਹਿਣ ਲੱਗੇ, ਸੱਚੇ ਪਾਤਸ਼ਾਹ, ਅਸੀਂ ਇਸ ਪਹਿਰੇ ਤੇ ਸਾਵਧਾਨ ਖੜੇ ਹਾਂ। ਪਹਿਰਾਂ ਦੇ ਸਾਵਧਾਨੀ ਰਹੈ। ਬੜੀ ਸਾਵਧਾਨਤਾ ਦੇ ਨਾਲ ਅਸੀਂ ਜਾਗ ਕੇ ਪਹਿਰਾ ਦੇ ਰਹੇ ਹਾਂ। ਇਸ ਛਿਨ ਕੌਣ ਹਰੀ ਕਾ ਆਵੇ। ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਸ ਟਾਈਮ ਹਰੀਕਿਆਂ ਦਾ ਕੌਣ ਆ ਸਕਦਾ ਹੈ। ਪੀ ਪੀ ਮਦ ਘਰ ਮਹਿ ਸੁਪਤਾਵੈ। ਸੱਚੇ ਪਾਤਸ਼ਾਹ, ਉਹ ਤੇ ਸ਼ਰਾਬਾਂ ਆਦਿ ਪੀ ਪੀ ਕੇ
ਘਰਾਂ ਦੇ ਵਿੱਚ ਸੁੱਤੇ ਪਏ ਹੋਏ ਹਨ। ਹਮ ਹਜੂਰ ਰਾਵਰ ਕੇ ਖਰੇ। ਪਰ ਅਸੀਂ ਡੋਗਰ ਆਪ ਜੀਆਂ ਦੇ ਹਜ਼ੂਰ ਪਹਿਰੇ ਤੇ ਖੜੇ ਹਾਂ। ਆਗਿਆ ਦੇਹੋ ਤਥਾ ਅਬ ਕਰੇ। ਸੱਚੇ ਪਾਤਸ਼ਾਹ ਤੁਸੀਂ ਆਗਿਆ ਦੇਵੋ, ਹੁਕਮ ਦੇਵੋ। ਜੋ ਵੀ ਤੁਸੀਂ ਹੁਕਮ ਦੇਣਾ ਹੈ ਨਾ ਸਾਨੂੰ ਦੱਸੋ, ਕਿਉਂਕਿ ਗੁਰੂ ਮਹਾਰਾਜ ਜੀਆਂ ਨੇ ਤੀਸਰੀ ਵਾਰ ਹਰੀਕਿਆਂ ਦੀ ਬਾਬਤ ਪੁੱਛਣਾ ਕੀਤਾ ਤਾਂ ਹਰੀਕਿਆਂ ਦਾ ਨਾਂ ਆਉਣਾ ਦੱਸ ਕੇ ਇਹ ਡੋਗਰ ਕਹਿਣ ਲੱਗੇ, ਸੱਚੇ ਪਾਤਸ਼ਾਹ ਅਸੀਂ ਪਹਿਰੇ ਤੇ ਖੜੇ ਹਾਂ, ਜੇ ਕੋਈ ਵੀ ਸੇਵਾ ਹੈ ਤੇ ਸਾਨੂੰ ਦੱਸੋ, ਅਸੀਂ ਆਪ ਜੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅਸੀਂ ਬੜੀ ਖੁਸ਼ੀ ਦੇ ਨਾਲ, ਪ੍ਰਸੰਨਤਾ ਦੇ ਨਾਲ ਅਤੇ ਬੜੀ ਛੇਤੀ ਦੇ ਨਾਲ ਉਹ ਸੇਵਾ ਕਰਾਂਗੇ। ਜੋ ਸੇਵਾ ਤੁਸੀਂ ਉਹ ਹਰੀਕਿਆਂ ਨੂੰ ਦੱਸਣਾ ਚਾਹੁੰਦੇ ਹੋ ਨਾ, ਉਹ ਸੇਵਾ ਸਾਨੂੰ ਦੱਸੋ, ਅਸੀਂ ਆਪ ਜੀਆਂ ਦੇ ਚਰਨਾਂ ਦੇ ਵਿੱਚ ਹਾਜ਼ਰ ਹਾਂ। ਸੇਵਾ ਕਰ ਹੈ ਸਰਬ ਪ੍ਰਕਾਰੀ। ਸੱਚੇ ਪਾਤਸ਼ਾਹ ਜੋ ਵੀ ਤੁਸੀਂ ਸੇਵਾ ਲਾਓਗੇ, ਸੇਵਾ ਦੱਸੋਗੇ, ਅਸੀਂ ਉਹੀ ਸੇਵਾ ਕਰਨ ਦੇ ਵਾਸਤੇ ਤਿਆਰ ਹਾਂ। ਹਮ ਡੋਗਰ ਸਗਰੇ ਅਨੁਸਾਰੀ। ਅਸੀਂ ਡੋਗਰ ਸਾਰੇ ਦੇ ਸਾਰੇ ਆਪ ਜੀਆਂ ਦੇ ਅਨੁਸਾਰ ਹਾਂ। ਜਿਸ ਤਰ੍ਹਾਂ ਅਸੀਂ ਹਰੀਕਿਆਂ ਦੇ ਉਹਨਾਂ ਦੇ ਨੌਕਰ ਹਨ, ਦਾਸ ਹਾਂ, ਉਸੇ ਤਰ੍ਹਾਂ ਸੱਚੇ ਪਾਤਸ਼ਾਹ ਅਸੀਂ ਆਪ ਦੇ ਵੀ ਨੌਕਰ ਹਾਂ, ਆਪ ਦੇ ਵੀ ਸੇਵਾਦਾਰ ਹਾਂ। ਤੁਸੀਂ ਸਾਨੂੰ ਦੱਸਣਾ ਕਰੋ, ਜੋ ਵੀ ਸੇਵਾ ਦੱਸੋਗੇ ਅਸੀਂ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਉਹੀ ਸੇਵਾ ਕਰਨ ਨੂੰ ਤਿਆਰ ਹਾਂ। ਸੁਨ ਕਰ ਬਿਨੈ ਸਮੇਤ ਕਿਰਪਾਲਾ। ਜਦ ਇਹਨਾਂ ਨੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ। ਦੀਨ ਸਬਰ ਤਿਨ ਕੋ ਤਤਕਾਲਾ। ਇਹਨਾਂ ਦੀਆਂ ਨਿਮਰਤਾ ਸ਼ਰਧਾ ਵਾਲੀਆਂ ਬੇਨਤੀਆਂ ਸੁਣ ਕੇ ਗੁਰੂ ਮਹਾਰਾਜ ਜੀ ਇਹਨਾਂ ਤੇ ਬੜੇ ਪ੍ਰਸੰਨ ਹੋਏ ਅਤੇ ਬੜੇ ਖੁਸ਼ ਹੋ ਕੇ ਇਹਨਾਂ ਨੂੰ ਬੜੇ ਬਰ ਦੇ ਵਚਨ ਕਹਿਣ ਲੱਗੇ। ਬਸਦੇ ਰਹਿ ਹੋ ਤੀਰ ਇਸ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਬਚਨ ਕੀਤਾ ਕਿ ਭਾਈ ਡੋਗਰੋ, ਤੁਸੀਂ ਇਸ ਨਦੀ ਦੇ ਕਿਨਾਰੇ ਕਿਨਾਰੇ ਬਸਦੇ ਹੋ ਤੇ ਅੱਗੇ ਨੂੰ ਵੀ ਬਸਦੇ ਹੀ ਰਹੋਗੇ। ਨਹੀਂ ਚੌਧਰਤਾ ਤੁਮਕੋ ਦਈ। ਜਿਸ ਤਰ੍ਹਾਂ ਹਰੀ ਕੇ ਇਹ ਬੜੇ ਇਸ ਇਲਾਕੇ ਦੇ ਚੌਧਰੀ ਬਣੇ ਹੋਏ ਸਨ, ਚੌਧਰਤਾ ਇਹਨਾਂ ਨੂੰ ਪ੍ਰਾਪਤ ਹੋਈ ਸੀ। ਉਹ ਚੌਧਰਤਾ ਕਹਿਣ ਲੱਗੇ, ਸਤਿਗੁਰੂ ਮਹਾਰਾਜ ਅਸੀਂ ਹੁਣ ਤੁਹਾਨੂੰ ਬਖਸ਼ ਦਿੱਤੀ ਹੈ। ਨੈ ਕੇ ਤੀਰ ਤੀਰ ਜੋ ਦੇਸ਼। ਜੋ ਵੀ ਦੇਸ਼, ਜੋ ਵੀ ਇਲਾਕਾ ਇਸ ਨਦੀ ਦੇ ਨਾਲ ਨਾਲ ਬਸਿਆ ਹੋਇਆ ਹੈ, ਹੋਏ ਤੁਹਾਰੋ ਦੇਸ਼ ਅਸ਼ੇਸ਼। ਇਹ ਤੇ ਸਾਰਾ ਦੇਸ਼ ਤੁਹਾਡਾ ਹੀ ਹੋ ਜਾਵੇਗਾ, ਸਾਰਾ ਇਲਾਕਾ ਤੁਹਾਡਾ ਹੀ ਹੋ ਜਾਵੇਗਾ ਔਰ ਸਦਾ ਤੁਸੀਂ ਇੱਥੇ ਬਸਦੇ ਰਹੋਗੇ। ਅਤੇ ਤੁਹਾਨੂੰ ਜੋ ਹਰੀਕਿਆਂ ਨੂੰ ਚੌਧਰਤਾ ਮਿਲੀ ਹੋਈ ਸੀ ਨਾ, ਸਾਰੀ ਚੌਧਰਤਾ ਇਸੇ ਇਲਾਕੇ ਦੀ ਤੁਹਾਨੂੰ ਮਿਲ ਜਾਵੇਗੀ। ਸੁਨ ਕਿਰਪਾਲ ਤੇ ਬਖਸ਼ਿਸ਼ ਬਾਨੀ। ਜਦ ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਦੀ ਬਖਸ਼ਿਸ਼ ਹੁਣ ਇਹਨਾਂ ਦੇ ਉੱਪਰ ਕਰ ਦਿੱਤੀ ਹੈ, ਬੜੇ ਪ੍ਰਸੰਨ ਹੋ ਜਾਂਦੇ ਹਨ। ਨਿਕਟ ਆਏ ਸਭ ਬੰਧਨ ਠਾਨੀ। ਫਿਰ ਸਾਰੇ ਦੇ ਸਾਰੇ ਵਾਰ-ਵਾਰ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਹਨ ਔਰ ਸਤਿਗੁਰੂ ਮਹਾਰਾਜ ਜੀਆਂ ਦਾ ਧੰਨਵਾਦ ਕਰਦੇ ਹਨ। ਸੱਚੇ ਪਾਤਸ਼ਾਹ ਬੜੀ ਕਿਰਪਾ ਸਾਡੇ ਤੇ ਕੀਤੀ, ਕਿਉਂਕਿ ਅਸੀਂ ਤੇ ਬੜੇ ਲੰਮੇ ਸਮੇਂ ਤੋਂ ਇਹਨਾਂ ਦੇ ਅਧੀਨ ਰਹਿ ਕੇ, ਹਰੀਕਿਆਂ ਦੇ ਅਧੀਨ ਰਹਿ ਕੇ, ਇਹਨਾਂ ਦੇ ਨੌਕਰ ਬਣ ਕੇ ਆਪਣਾ ਜੀਵਨ ਬਤੀਤ ਕਰਦੇ ਸੀ। ਹੁਣ ਤੁਸੀਂ ਆਪਣੇ ਬਚਨ ਬਿਲਾਸ ਕਰਕੇ, ਸ਼ੁਭ ਬਚਨ ਕਰਕੇ ਸਾਨੂੰ ਵਰ ਦੇ ਕੇ ਨਿਵਾਜ ਦਿੱਤਾ ਹੈ ਕਿ ਇਹ ਇਲਾਕਾ, ਇਹ ਦੇਸ਼ ਤੁਹਾਡਾ ਹੀ ਹੋ ਜਾਵੇਗਾ। ਰਾਵਰ ਕੇ ਬਚ ਸਦਾ ਸਥਿਰ ਹੈ। ਸੱਚੇ ਪਾਤਸ਼ਾਹ ਸਾਨੂੰ ਪਹਿਲੇ ਤੋਂ ਹੀ ਇਸ ਗੱਲ ਤੇ ਯਕੀਨ ਹੈ ਕਿ ਆਪ ਜੀਆਂ ਦੀ ਰਸਨਾ ਤੋਂ ਨਿਕਲਿਆ ਹੋਇਆ ਇੱਕ ਬਚਨ ਔਰ ਉਹ ਵੀ ਕਦੇ ਖਾਲੀ ਨਹੀਂ ਜਾ ਸਕਦਾ। ਦੇਖ ਦੀਨ ਕੋ ਬਖਸ਼ਨ ਕਰ ਹੈ। ਸਾਨੂੰ ਗਰੀਬਾਂ ਨੂੰ ਦੇਖ ਕੇ ਸੱਚੇ ਪਾਤਸ਼ਾਹ ਤੁਸੀਂ ਵੱਡੀ ਬਖਸ਼ਿਸ਼ ਸਾਡੇ ਤੇ ਕਰ ਦਿੱਤੀ ਹੈ। ਤਬ ਤੇ ਦਿਨ ਪ੍ਰਤ ਡੋਗਰ ਦੇਸ਼। ਉਸੇ ਟਾਈਮ ਤੋਂ ਇਹ ਜੋ ਡੋਗਰਾਂ ਦਾ ਇਲਾਕਾ ਸੀ ਬਹੁਤ ਵੱਧ ਜਾਂਦਾ ਹੈ। ਸਨੇ ਸਨੇ ਹੋਏ ਗਇਓ ਅਸ਼ੇਸ਼। ਹੌਲੀ ਹੌਲੀ ਇਸ ਨਦੀ ਦੇ ਕਿਨਾਰੇ ਕਿਨਾਰੇ ਬੜਾ ਵੱਧ ਜਾਂਦਾ ਹੈ। ਸਾਰੇ ਇਲਾਕੇ ਦੀ ਚੌਧਰਤਾ ਜੋ ਪਹਿਲੇ ਹਰੀਕਿਆਂ ਦੇ ਪਾਸ ਸੀ, ਇਹ ਇਹਨਾਂ ਡੋਗਰਾਂ ਦੇ ਹੱਥ ਦੇ ਵਿੱਚ ਆ ਜਾਂਦੀ ਹੈ। ਗੁਰੂ ਮਹਾਰਾਜ ਜੀਆਂ ਨੇ ਜੋ ਵੀ ਬਚਨ ਵਿਲਾਸ ਇਹਨਾਂ ਦੇ ਨਾਲ ਕੀਤੇ ਸਨ ਨਾ, ਸਾਰੇ ਦੇ ਸਾਰੇ ਬਚਨ ਵਿਲਾਸ
ਸਤਿਗੁਰੂ ਮਹਾਰਾਜ ਜੀਆਂ ਦੇ ਬਚਨ ਕੀਤੇ ਹੋਏ ਪੂਰੇ ਹੋ ਜਾਂਦੇ ਹਨ। ਹੁਣ ਅੱਗੇ ਜਿਸ ਤਰ੍ਹਾਂ ਇਹ ਹਰੀਕਿਆਂ ਨੂੰ ਇਸ ਗੱਲ ਦੀ ਬਾਬਤ ਪਤਾ ਚੱਲੇਗਾ ਕਿ ਅਸੀਂ ਗੁਰੂ ਮਹਾਰਾਜ ਜੀਆਂ ਦੇ ਬਚਨ ਵੀ ਮੋੜੇ ਅਤੇ ਸਤਿਗੁਰੂ ਮਹਾਰਾਜ ਜੀਆਂ 'ਤੇ ਸ਼ਰਧਾ ਰੱਖ ਕੇ ਆਪ ਪਹਿਰੇ 'ਤੇ ਨਾ ਗਏ, ਨਾ ਹੀ ਪਹਿਰੇ ਦੀ ਸਾਰ ਲੈਣ ਦੇ ਵਾਸਤੇ ਗਏ। ਜਿਨ੍ਹਾਂ ਨੇ ਸੇਵਾ ਕੀਤੀ ਔਰ ਉਹਨਾਂ ਨੇ ਵਰ ਪ੍ਰਾਪਤ ਕਰ ਲਏ ਹਨ। ਇਸ ਤਰ੍ਹਾਂ ਦਾ ਜਦ ਇਹ ਹਰੀਕਿਆਂ ਨੂੰ ਪਤਾ ਚੱਲੇਗਾ, ਇਹਨਾਂ ਨੇ ਮਨ ਦੇ ਵਿੱਚ ਬੜਾ ਪਛਤਾਵਾ ਕਰਨਾ ਹੈ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਤਬ ਤੇ ਦਿਨ ਪ੍ਰਤ ਡੋਗਰ ਦੇਸ਼, ਸਨੇ ਸਨੇ ਹੋਏ ਗਇਓ ਅਸ਼ੇਸ਼। ਤਬ ਤੇ ਦਿਨ ਪ੍ਰਤ ਡੋਗਰ ਦੇਸ਼, ਸਨੇ ਸਨੇ ਹੋਏ ਗਇਓ ਅਸ਼ੇਸ਼। हे अच्युत पार ब्रह्म अविनाशी अगना।